ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰ ਬਿਨਾ ਘੋਰ ਅੰਧਾਰ, ਗੁਰੂ ਬਿਨਾ ਸਮਝ ਨ ਆਵੈ। ਗੁਰ ਬਿਨਾ ਸੁਰਤ ਨ ਸਿਧ, ਗੁਰੂ ਬਿਨਾ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੋਨਾ, ਅਗਨ ਕਟੈ ਸਭ ਤੇਰੇ। ਗੁਰ ਨਾਇਣਾ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ, ਨਹਿ ਕੀਓ ਤੈ ਅਕਿਆਥ ਸੰਸਾਰ ਮੈਂ। ਕੁੰਭੇ ਬੱਧਾ ਜਲ ਰਹੈ, ਜਲ ਬਿਨ ਕੁੰਭ ਨ ਹੋਏ। ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨਾ ਗਿਆਨ ਨ ਹੋਏ। ਕੁੰਭੇ ਬੱਧਾ ਜਲ ਰਹੈ, ਜਲ ਬਿਨਾ ਕੁੰਭ ਨ ਹੋਏ। ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨਾ ਗਿਆਨ ਨ ਹੋਏ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸ਼ਾਮਾਂ ਵੇਲੇ ਦੇ ਗੁਰਮਤਿ ਸਮਾਗਮ ਦੀ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਸਤਿਗੁਰ ਦੀ ਪਾਵਨ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਪਿਆਰ ਨਾਲ ਫਤਿਹ ਪ੍ਰਵਾਨ ਕਰੋ ਅਤੇ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਦੋ ਜ਼ਰੂਰੀ ਬੇਨਤੀਆਂ ਨੇ। ਇੱਕ ਤਾਂ ਬੱਚਿਆਂ ਨੂੰ ਬਹੁਤ ਪਿਆਰ ਨਾਲ ਆਪਣੀ ਗੋਦ ਵਿੱਚ ਬਿਠਾਓ, ਕਿਉਂਕਿ ਜੇ ਅਸੀਂ ਸਤਿਗੁਰ ਦਾ ਪਾਵਨ ਉਪਦੇਸ਼, ਪਾਵਨ ਬਾਣੀ ਦੀ ਵਿਚਾਰ ਸਰਵਣ ਕਰਨੀ ਹੈ, ਉਹਦੇ ਵਾਸਤੇ ਮਨ ਦਾ ਟਿਕਾਅ ਬਹੁਤ ਜ਼ਰੂਰੀ ਹੈ, ਮਨ ਦੀ ਇਕਾਗਰਤਾ ਬਹੁਤ ਜ਼ਰੂਰੀ ਹੈ, ਕਿਉਂਕਿ ਮਨ ਨੇ ਹੀ ਤਾਂ ਸਿੱਖਣਾ ਹੈ। ਜੇ ਅਸੀਂ ਗੁਰੂ ਦੀ ਗੱਲ ਵੱਲ ਧਿਆਨ ਨਹੀਂ ਦੇਵਾਂਗੇ, ਬੇਨਤੀ ਹੈ ਜਿਨ੍ਹਾਂ ਨੇ ਜਲ ਪਾਣੀ ਛਕ ਲਿਆ, ਬਾਹਰ ਖੜ੍ਹੇ ਹੋਣ ਦੀ ਬਜਾਏ ਅੰਦਰ ਆਣ ਕੇ ਸਤਿਗੁਰ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਦਾ ਯਤਨ ਕਰੀਏ। ਅਤੇ ਥੋੜ੍ਹੇ ਥੋੜ੍ਹੇ ਅੱਗੇ ਹੋ ਜਾਓ ਸਾਧ ਸੰਗਤ ਜੀ। ਮੇਰੀ ਬੇਨਤੀ ਵੀਰੋ ਤੁਹਾਨੂੰ, ਆ ਜਾਓ ਅੱਗੇ, ਕੋਈ ਫਰਕ ਨਹੀਂ ਪੈਂਦਾ ਜੀ, ਆ ਜਾਓ, ਆ ਗੱਦੇ ਅੱਗੇ ਲੈ ਆਓ ਮੇਰਾ ਵੀਰ, ਆ ਜਾਓ। ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ। ਇੱਕ ਹਨੇਰਾ ਹੈ, ਜਿਹੜਾ ਬੁਲਾਰਾ ਹੁੰਦਾ ਉਹਨੂੰ ਸਾਹਮਣੇ ਚਿਹਰਾ ਦਿਸਣਾ ਚਾਹੀਦਾ। ਭੈਣੋ ਤੁਹਾਨੂੰ ਵੀ ਬੇਨਤੀ, ਅੱਗੇ ਹੋ ਜਾਓ, ਇੱਥੇ ਆ ਜਾਓ, ਕੋਈ ਫਰਕ ਨਹੀਂ ਪੈਂਦਾ। ਆਪਾਂ ਇਤਿਹਾਸ ਤੇ ਮਾਤਾ ਗੁਜਰ ਕੌਰ ਦਾ ਸੁਣਦੇ ਹਾਂ, ਜਿਹੜੇ ਠੰਡੇ ਬੁਰਜ ਵਿੱਚ ਰਹੇ ਨੇ। ਥੋੜ੍ਹੀ ਬਹੁਤੀ ਆਪਾਂ ਨੂੰ ਸਰਦੀ ਸਹਿਣੀ ਵੀ ਪੈ ਜਾਏਗੀ, ਅਤੇ ਕੋਈ ਫਰਕ ਨਹੀਂ ਪੈਂਦਾ। ਤੋ ਆਓ ਵਿਚਾਰਾਂ ਦੀ ਸਾਂਝ ਕਰਨੀ। ਆ ਜਾਓ ਭੈਣੋ, ਪਿੱਛੋਂ ਉੱਠ ਕੇ ਇੱਥੇ ਆ ਜਾਓ, ਅੱਗੇ ਬਹੁਤ ਜਗ੍ਹਾ ਆਵੇ, ਅੱਗੇ ਜਗ੍ਹਾ ਹੈ। ਥੋੜ੍ਹੇ ਥੋੜ੍ਹੇ ਅੱਗੇ ਹੋ ਕੇ ਬੈਠੋ, ਤਾਂ ਕਿ ਆਪਾਂ ਰਲ ਕੇ ਬਾਣੀ ਦੀ ਵਿਚਾਰ ਸਾਂਝ ਕਰਨੀ ਹੈ। ਧੰਨਵਾਦ ਬੇਨਤੀ ਪ੍ਰਵਾਨ ਕਰਨ ਲਈ। ਵੀਰੋ ਆ ਜਾਓ, ਤੁਸੀਂ ਵੀ ਆ ਜਾਓ, ਆ ਜਾਓ ਅੱਗੇ,
आजो बहुत अगे जगह है। और वीरो तुहानू पिछे बेनती कर रहे और ढोल आ के बैठे आ, आजो मेरा वीर आजो। ध्यान दिओ जी, वेखो साडे समाज विच कोई लीडर आया होवे, कोई गाउण वाली लगी होवे ते बंदा चाहुंदा सब तो अगे मैनूं जगह मिले बहन लई, ठीक है। महाराज का प्रकाश किया, महाराज की बाणी की विचार सुननी है तो बंदा सब तो पिछों बहना शुरू करता। इदां ही आ, कोई लीडर आया होवे, कोई नेता आया होवे जां कोई गायक लगा होवे, सब तो अगलियां कतारां विच बहन की कोशिश असीं करते हैं भी मैं सब तो अगे हो के बवां। असीं हुणे आए हैं, मैं अंदर महाराज का जो प्रकाश किया, पाठ चल रहा, अंदर वेखिया संगत वेखो गुरुद्वारा साहब च किन्नी आ, पर अंदर महाराज के कोल सिर्फ ग्रंथी सिंह कल्ले पाठ कर रहे। घर दे विच टीवी उदों लाईदा जदों टीवी के अगे कोई बैठा होवे। गुरु ग्रंथ साहिब महाराज जी ताबिया बैठे बजुर्ग ग्रंथी सिंह पाठ कर रहे आ। सवाल ये पौधा हुंदा भी सुनाउण किहनूं? 10 20 30 शरीर अंदर चाहिए तो यह भी अंदर सारा पंडाल भरिया हुंदा, अंदर बह के असीं पहलां पाठ सुणदे, फिर आपां कहंदे भी आओ हुण आपां रल के बाणी दियां विचारां दी सांझ पाईए। मेरी बेनती आ, इन्हां बेनतियां नूं प्रवान करिओ। घर दे विच साडे कोई रिश्तेदार आ जाए तो आपां उहदे कोल बहिने आ, कोई सानू बिना दस्सिया भी साडे घर आ जाए तो आपां ये कहने आ भी भावें जिन्ना मर्जी जरूरी काम कर रहे होइए, आपां कहने इहदे कोल बहिए। जे ना कोल बैठे तो इहनूं ये महसूस होऊगा मेरा आउणा इन्हां नूं चंगा नहीं लगा। कोई देहधारी बाबा आया होवे ते कल्ला बाबा बैठा होवे, ईमानदारी नाल सोचिओ मेरिओ भैणों मेरे वीरो, कोई परिवार दा जी उहदे कोल ना बवे, बाबे नूं चंगा लगू? नियाणिਆਂ ਦਾ मासड़ आया होवे, फुफड़ आया होवे, मामा आया होवे, कोई रिश्तेदार साडा आया होवे, ਉਹਨੂੰ ਤੁਸੀਂ ਇਕੱਲੇ ਨੂੰ ਅੰਦਰ ਬਿਠਾ ਕੇ ਚਾਹ ਪਿਆ ਦਿਓ, ਉਹਦੇ ਕੋਲ ਨਾ ਬਹੁ, ਉਹਨੂੰ ਚੰਗਾ ਲੱਗੂ ਜੀ? ਬੋਲ ਕੇ ਦੱਸਿਓ, ਬੋਲੋ ਭਾਈ। ਉਹਨੂੰ ਚੰਗਾ ਤਾਂ ਲੱਗੂ ਜੀ ਉਹਦੇ ਕੋਲ ਬਹੋਗੇ, ਪੁੱਛੋਗੇ ਹੋਰ ਕੀ ਹਾਲ ਆ, ਰਿਸ਼ਤੇਦਾਰ ਦਾ ਕੀ ਹਾਲ ਆ। गुरु ग्रंथ साहिब महाराज जी की बाणी का सत्कार यह है भी जे पाठ करना तो कोल बैठ के सुनो। कभी सोच के वेख्या कि साढ़े पल्ले क्यों नहीं कुछ पै रहा, प्राप्ति क्यों नहीं कुछ हो रही? क्योंकि बाणी का वाक है, बिन खाए बूझे नहीं भूख। बिना खाण तो कभी भी भुख नहीं मिटती। तुहाडे सामने रोटी पई है, तुसी रोटी वाल वेखी जाओ जिन्ना मर्जी, पर जदों तक तुसी उस रोटी की बुरकी तोड़ के मूँह च नहीं पाउंदे, तुहाडे दंद रोटी चेतदे नहीं, तुहाडे वो रोटी अंदर नहीं जाती, उदों तक तुहाडी भुख नहीं मिटनी। बिन खाए बूझे नहीं भूख, बिना खाण तो भुख नहीं मिटेगी। बिना गुरु की गल सुन मनन तो बिना साडे अंदर की तृप्ति नहीं होएगी। सेवक सिख पूजन सब आवें, सब गावें हर हर ऊतम बाणी, गाविया सुनिया तिनका हर थाएं पावे, जिन सतगुर की आज्ञा सत सत कर मानी। आओ सारे जाने रल के बाणी पढ़ीए, फिर आपां विचारां दी सांझ पाउने। मेरी हुण बेनती है, सारे जाने रल के बाणी पढ़िओ, फिर आपां सतगुर दे पावन बचन रल के विचारांगा। ज्ञान का बद्दा मन रहे, 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 ज्ञान का बद्दा मन रहे,
कुंभे बद्दा जल रहे, कुंभे बद्दा जल रहे। वाह वाह। जल बिन कुंभ न होए, जल बिन कुंभ न होए। ज्ञान का बद्दा मन रहे, ज्ञान का बद्दा मन रहे। गुर बिन ज्ञान न होए, गुर बिन ज्ञान न होए। जे सौ चंदा उगवैं, जे सौ चंदा उगवैं। सूरज चढ़े हजार, सूरज चढ़े हजार। एते चानण होंदियां, एते चानण होंदियां। वाह वाह। एते चानण होंदियां, एते चानण होंदियां। घोर अंधार, गुर बिन घोर अंधार। सतगुरु गुरु नानक साहब जी बख्शिश करते आ, कुंभे बद्दा, सारे बोलो कुंभे बद्दा जल रहे। कुंभ कहते घड़े नूं, घड़ा बनता है मिट्टी का, तो मिट्टी विच पानी पाइए उन्होंने गुन्नीए। हुण ध्यान नाल सुणिओ तां गल समझ पै जाए। जदों घड़ा तैयार किया जाता, घड़े नूं तैयार करन वक्त मिट्टी विच पानी पाया जाता, उन्होंने गुन्निया जाता जिवें आटा गुन्नीदा। फिर ਚੱਕ ਦੇ ਉੱਤੇ रख के ਜਿਹੜਾ ਘੁਮਿਆਰ है अपने हत्थां नाल ਉਹਦੀ बहुत सोहनी शक्ल बनाउंदा है। फिर ਉਹਨੂੰ ਸੁਕਾਉਂਦਾ है, फिर अग विच ਉਹਨੂੰ पकाउंदा है। फिर जाके ਉਹਦੇ ਵਿੱਚ बाल्टी 1.5 बाल्टी जिन्नी ਕੁ ਉਹਦੀ लिमिट है ਉਹਦੇ ਵਿੱਚ पानी टिकदा है। कुंभे बद्दा जल रहे। कुंभ ने घड़े ने पानी नूं बन्ह के रखे है, पर पानी तो बिना घड़ा नहीं बन सकता। इदा ही ज्ञान का बद्दा, बोलो सारे, ज्ञान का बद्दा जिहड़ा मन है ये ज्ञान ने बनना। ज्ञान आएगा पढ़िया समझिया तो सुनिया। जिहड़ी मैं गल आरंभ विच कही है, अंदर गुरु ग्रंथ साहिब महाराज जी की बाणी का पाठ हो रहा है तो असी कोल बैठ के सुनने नूं तैयार नहीं। साडे घरां विच पुत्रां धीआं दे आनंद कारज हुंदे आ। ग्रंथी सिंह पाठी सिंह साडे घर पाठ करते हैं। पाठ रखा के तो असीं आपो अपने कामां विच रुझ जाने। 48 तो 50 घंटे साडे घर ग्रंथी सिंह पाठ करते आ। सोचो आपो अपने मनां विच कि 48-50 मिनट भी गुरु ग्रंथ साहिब जी दे कोल असीं इन्हां 3 दिनां विच नहीं बैठदे। जिवें गुरु दे कोल बहांगा ही नहीं, मैं गुरु की गल सुनागा ही नहीं, तो मैनूं पता की लगूगा मैनूं गुरु साहब ने क्या किया। कभी सोच के वेखो तुसीं, गुरु साहब ने जिहड़ी विचार दी है, जिहड़ा उपदेश बख्शिश किया। हुण शब्द है कुंभे बद्दा जल रहा है, जल बिन कुंभ न होए, ज्ञान का बद्दा मन रहे। ज्ञान नाल मन ने बजना है, ते नाल कहता गुर बिन ज्ञान ना होए। अज शरीर नूं सुख देने वाले साधन साडे को बहुत ने, पर अज मन करके बंदा आवाजार क्यों है? क्योंकि मन का उपदेश, मन की खुराक साडे कोल नहीं। जिहड़े विचार असीं सिੱਖਣੀ है घंटियां बद्धी, तुसीं वेखो बंदियां नूं, बीबियां नूं, तुसीं घंटियां बद्धी अपणियां जिन्नी मर्जी गल्लां कर लो, पर 10-15 मिनट गुरु ग्रंथ साहिब महाराज जी दे कोल बैठ के बाणी सुननी, बाणी पढ़नी, विचारनी सानूं औखी लगदी है।
सतगुर ने बाणी विच लिखिया, रे मूढ़े लाहे कौतू ढीला ढीला, जिहड़ी मैं गल आरंभ च कही है। कबड्डी का मैच होना होवे, घोल होने होण तो उत्थे पहला अगले कलाकार लाउंदे आ, कोई गायक लाउंदे। किसी लीडर ने बोलना होवे तो पहला अगले कोई गायक सददे आ। क्यों भला? कहंदे इन्हां ने किसी कलाकार नूं सुनने वास्ते आ जाना। आपां बरात लैके जाने अपने पुत्र दी, बरात जाती है 50 बंदे 20 बंदे 100 बंदा, लावां च किन्ने पहुँचते सोच के वेखो। लावां विच किन्ने बंदे पहुँचते जी? 5-7। बाकी कित्थे आ? पैलेस विच। उत्थे गाने चल रहे आ, अपने नशे चल रहे आ। 25-30 साल असीं अपने पुੱਤ ਧੀ ਨੂੰ ਵੱਡਾ ਕਰਦੇ ਆਂ भी इन्हां दा आनंद कारज करांगे। जिदन समा आउंदा उदन 25-30 मिनट भी गुरु ग्रंथ साहिब जी की बाणी सुननी विचारनी साडे लिए औखी लगती। दस दो जे गलत है तो। अज प्रॉब्लम इत्थे आ। हुण तुसीं सद लिया, तुहानूं सुनना पैणीਆਂ सही गल्लां जिहड़ियां बाणी ਦੀਆਂ असली विचारां। आ बच्चे बैठे आ तुहाडे चों जिहड़े वीर पढ़े लिखे आ, स्कूल का जिहड़ा टीचर आ वो बोल के पढ़दा कि मूँह च पढ़दा? बोल के दस्सिओ। जो पढ़ाउंदा हो बोल के पढ़ाउंदा ना, वो मूँह च तो नहीं। जो स्कूल का टीचर है वो तां पढ़ाऊगा जे उहदे गड़े 10 20 30 40 विद्यार्थी बैठे तो बोल के पढ़ाउंदा वा। तुहाडे चों कोई टीचर वीर भी बैठा हो, अज कदी सोच के वेखिया भी ग्रंथी सिंह मूँह च प्याठ क्यों करदा? कहता सुनने वाला तो अगे बैठा कोई नहीं, मैं किहनूं सुणावां? चाहिदा ये आ प्रशादा छको, नमस्कार करो। ग्रंथी सिंह भी 1.5-2 घंटे सानू पाठ सुनावे तो सानू आनंद आवे कि वाकई असीं पाठ कोल बह के सुनिया। हुणे मैं आया उतों गड्डी च उतरिया, बाहर भी वीर 2-3 उधर खड़ोते सी, 2-3 इधर खड़ोते सी, न्याणे चीकां मार रहे सी, उत्थे पंगत च बह के प्रशादा छक रहे सी ते अंदर ग्रंथी सिंह कल्ला पाठ कर रहे सी। दूजा बंदा नहीं सी हैगा जदों मैं आण के नमस्कार कीती। तो जो सवेरे भोग पैना उदों की अरदास होनी आ? धुर की बाणी आई तिन सगली चिंत मिटाई दे, मां वाखां अनुसार गुरबाणी का प्रवाह चलिया, पर सुनिया तो है ही नहीं। दस दो जे गलत हाँ तो कोल बह के तो सुनिया ही नहीं। असी साडा फर्ज बनदा असी सतगुर दी। मैं पहला गल ध्यान ना सुनियो, तुसी अपने घर विच छत ना पखा लाया, पखा किन्नी देर चलदा जिन्नी देर आपां पखे थल्ले बैठे हैं। जदों आपां उठ के उत्थों पासे जाना पता थल्ले कोई नहीं बैठा, आपां नाल ही पखा आपां कहने जो बैठा ही कोई नहीं, बिना वजह पखा क्यों चले? तुसी आपो अपने साधना ते आए जे, कोई मोटरसाइकिल ते आया, कोई गड्डी ते आया। हुण तुसी उत्थों इत्थे आ गए जे, हुण गड्डी मोटरसाइकिल बंद आ ना, वो कदों चलू? जदों मैं उहनूं चलावांगा। टीवी उदों तक चलदा जदों उहनूं आपां वेहने आ। टीचर उदों पढ़ाउंदा जदों कोई उहदे गाड़ी बह के पढ़दा। ते ग्रंथी सिंह पाठ कर रहा पर कोल बह के सुनने वाला है ही कोई नहीं। अपने आप नूं बदलीए। चाहिदा ये आ पहली गल तो सहज पाठ करो। चलो जे पाठ करा भी लिया तो उहदे वास्ते ये बनाओ परिवार आण के 10 20 30 कोल जी बैठे होण ते गुरबाणी पढ़न वाले ग्रंथी सिंह नूं भी बाणी सुणाउण दा बोलो जी आनंद आवे। नौजवान वीरों मेरी हाथ जोड़ के बेनती है मेरी वो भैनों, चलो मैं मन्निया भी नौजवानों का इधर ध्यान नहीं, बीबियां का फर्ज बनता भी असी कोल जाके बाणी सुणीए। मैं पहला कहता बाबा आया होवे इदां बन्ने बन्ने भिणकदे जिवें गुड़ दे पिछे मक्खियां भिणकदियां। बाबा जी आया, बाबा जी आया, वो गड्डी की बारी भी खोलण तक जाते आ, मैट विछाउंदे आ, फुल्लां दी वर्खा करते आ। एक ने गड़वा फड़िया हुंदा, दूजे ने तौलिया फड़िया हुंदा। 35 महापुरख है, 35 महापुरखों का उपदेश है धन गुरु ग्रंथ साहिब विच, जिहदा असीं मनना ते विचारना सी अपनी जिंदगी विच। इत्थे नुकसान हो रहा। गुरु ग्रंथ साहिब महाराज जी की बाणी नूं पढ़ना ते विचारना समझना, जो असीं गुरबाणी नूं पढ़ांगे समझांगे हमारी प्यारी। गुरु अर्जन साहिब सच्चे पातशाह जी कहते हैं हमारी प्यारी।
ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਦੇ। ਬਾਣੀ ਨੂੰ ਆਖਿਆ ਕਹਿੰਦੇ ਹਮਾਰੀ ਪਿਆਰੀ, ਹਮਾਰੀ ਹਮਾਰੀ ਸਮਝਦੇ ਹੋ ਮੇਰੀ। ਕਦੀ ਆਪਾਂ ਆਪਣੀ ਸਤਿਗੁਰ ਦੀ ਬਾਣੀ ਨੂੰ ਹਮਾਰੀ ਕਿਹਾ? ਕੋਈ ਬੰਦਾ ਕਿਸੇ ਕੋਲ ਪੈਨ ਮੰਗੇ ਨਾ, ਮੈਨੂੰ ਸਾਈਨ ਕਰ ਲਈ ਦੇ, ਅਗਲਾ ਉਹਦਾ ਕੈਪ ਲਾ ਕੇ ਦਿੰਦਾ ਕਿ ਇਹਨੇ ਮੁੜ ਕੇ ਮੈਨੂੰ ਪੈਨ ਮੋੜਨਾ ਨਹੀਂ। ਕਿਉਂ ਸਾਧ ਸੰਗਤ ਜੀ? ਆਪਾਂ ਕਦੇ ਬੈਂਕ ਗਏ ਹੋਈਏ, ਕਿਸੇ ਕੋਲੋਂ ਪੈਨ ਮੰਗੀਏ ਜੀ, ਆ ਪੈਨ ਦੇ ਮੈਂ ਸਾਈਨ ਕਰਨੇ ਆ, ਉਹ ਬੰਦਾ ਕੀ ਕਰਦਾ ਭਲਾ? ਪੈਨ ਦਾ ਉਹਦਾ ਕੈਪ ਲਾ ਕੇ ਆਪਣੇ ਕੋਲ ਰੱਖਦਾ ਅਤੇ ਪੈਨ ਉੱਦਾਂ ਦੇ ਦਿੰਦਾ। ਅਗਲਾ ਭਲਾ ਕਿਉਂ ਦਿੰਦਾ? ਵੀ ਇਹਨੇ ਬਿਨਾਂ ਕੈਪ ਤੋਂ ਕੀ ਕਰਨਾ, ਇਹ ਪੈਨ ਵਾਪਸ ਮੈਨੂੰ ਦੇਵੇਗਾ। ਇਹਦਾ ਮਤਲਬ ਇੱਕ 10 20 30 40 50 ਦੇ ਪੈਨ ਨੂੰ ਵੀ ਆਪਣਾ ਸਮਝਦਾ, ਜ਼ਮੀਨ ਆਪਣੀ ਸਮਝਦਾ। ਇਹ ਪੁੱਤ ਮੇਰਾ, ਇਹ ਗੱਡੀ ਮੇਰੀ, ਅਤੇ ਬਾਣੀ ਇਹਨੂੰ ਮੈਂ ਆਪਣਾ ਸਮਝਿਆ ਹੀ ਨਹੀਂ ਵੀ ਬਾਣੀ ਮੇਰੀ ਨਹੀਂ। ਪਿਓ ਦਾਦੇ ਦੀ ਜ਼ਮੀਨ ਹੋਵੇ, ਬੰਦਾ ਆਪਣੇ ਪੋਤਰਿਆਂ ਨੂੰ ਦੱਸਦਾ ਵੀ ਮੇਰੀ ਜ਼ਮੀਨ ਕਿੰਨੀ ਆ। ਹੁਣ ਵਿਦੇਸ਼ਾਂ ਸਾਡੇ ਧੀ ਪੁੱਤ ਜਾਂਦੇ ਆ, ਭਾਵੇਂ ਵਿਦੇਸ਼ ਵੀ ਗਿਆ ਹੋਵੇ ਤਾਂ ਵੀ ਅਸੀਂ ਉਹਦੀ ਨੌਲੇਜ ਵਿੱਚ ਲਿਆਉਂਦੇ ਹਾਂ, ਪੁੱਤ ਆਪਣੀ ਇੰਨੀ ਜ਼ਮੀਨ ਵਾ, ਅਤੇ ਜਿਉਂਦੇ ਜੀ ਆਪਣੀ ਜ਼ਮੀਨ ਵੇਖ ਲਾ। ਮੇਰੇ ਹੁੰਦੇ ਆ ਜਿਉਂਦੇ ਜੀ ਜ਼ਮੀਨ ਵੇਖ ਲਾ। ਇਹ ਨਾ ਹੋਵੇ ਮੈਂ ਚੜ੍ਹਾਈ ਕਰ ਜਾਵਾਂ, ਬਾਅਦ ਵਿੱਚ ਤੈਨੂੰ ਤਾਏ ਚਾਚੇ ਸ਼ਰੀਕ ਮੁੜ ਕੇ ਜ਼ਮੀਨ ਨੂੰ ਹੱਥ ਨਾ ਲਾਉਣ ਦੇਣ। ਮਨੁੱਖ ਆਪਣੇ ਜਿਉਂਦੇ ਜੀ ਆਪਣੇ ਬੱਚਿਆਂ ਨੂੰ, ਆਪਣੇ ਪੋਤਰਿਆਂ ਨੂੰ, ਆਪਣੇ ਪਰਿਵਾਰ ਨੂੰ ਆਪਣੀ ਜ਼ਮੀਨ ਤੋਂ ਜਾਣੂ ਕਰਾਉਂਦਾ। ਆਪਣੀ 3 ਕਿੱਲੇ ਆ, 2 ਕਿੱਲੇ ਮੁੱਲ ਲਈ ਆ, ਆਪਣੀ 5 ਕਿੱਲੇ ਹੋ ਗਈ ਆ, ਇੱਥੇ ਆਪਣਾ ਪਲਾਟ ਵਾ, ਇੱਥੇ ਆਪਣਾ ਘਰ ਵਾ, ਸਾਰਾ ਕੁਝ ਦੱਸਦੇ ਆ ਨਾ। ਤੇ ਗੁਰਬਾਣੀ ਬਾਰੇ ਪਤਾ ਕੀ ਲਿਖਿਆ? ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ। ਇਹ ਪਿਓ ਦਾਦੇ ਦਾ ਖਜ਼ਾਨਾ ਵਾ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ 5ਵੇਂ ਪਾਤਸ਼ਾਹ ਜੀ ਤੱਕ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਖਜ਼ਾਨਾ ਖੋਲਿਆ ਬਾਹਰੋਂ ਆ ਤੇ ਅਮੀਰ ਮਨ ਹੋ ਗਿਆ ਵਾ, ਤਾਂ ਮੇਰੇ ਮਨ ਸ਼ਬਦ ਵਰਤਿਆ। ਆ ਬੋਰ ਕਰਾਉਨੇ ਨਾ ਆਪਾਂ ਨਲਕੇ ਦਾ, ਸਾਰੀ ਦਿਹਾੜੀ ਬੋਰ ਕਰਦਾ, ਬੋਰ ਕਰਨ ਵਾਲਾ, ਤੇ ਸ਼ਾਮਾਂ ਨੂੰ ਕੀ ਕਹਿੰਦਾ, ਲਿਆਓ 4-5 ਬਾਲਟੀਆਂ ਪਾਣੀ ਦੀਆਂ, ਆਪਾਂ ਇਹ 'ਚ ਪਾਣੀ ਪਾਈਏ। ਅਤੇ ਆਪਾਂ ਕਦੀ ਸਵਾਲ ਕੀਤਾ ਵੀ ਜੇ ਪਾਣੀ ਬਾਹਰੋਂ ਹੀ ਪਾਉਣਾ ਤਾਂ ਬੋਰ ਕਰਾਉਣ ਦਾ ਕੀ ਫਾਇਦਾ? ਉਹ ਅੱਗਿਓਂ ਕੀ ਕਹਿੰਦਾ? ਕਹਿੰਦਾ ਇੱਕ ਵਾਰ 4-5 ਬਾਲਟੀਆਂ ਪਾਣੀ ਦੀਆਂ ਪਾ ਦਈਏ, ਮੁੜ ਕੇ ਭਾਵੇਂ ਸਾਰਾ ਪਿੰਡ ਪਾਣੀ ਵਰਤੀ ਜਾਇਓ। ਇਹ ਗੁਰਬਾਣੀ ਦੀ ਵਿਚਾਰ ਸੁਣਨੀ ਕੰਨਾਂ ਰਾਹੀਂ ਆ, ਫਿਰ ਅੰਮ੍ਰਿਤ ਅੰਦਰੋਂ ਪ੍ਰਗਟ ਹੋਣਾ। ਜਿਵੇਂ ਪਾਣੀ ਇੱਕ ਵਾਰੀ ਬਾਹਰੋਂ ਪਾਈਦਾ, ਮੁੜ ਕੇ ਧਰਤੀ ਜਿੰਨਾ ਮਰਜ਼ੀ ਪਾਣੀ ਕੱਢੀ ਜਾਓ, ਅੰਦਰ ਅੰਮ੍ਰਿਤ ਕਿਹੜਾ? ਅੰਤਰ ਖੂੰਟਾ ਅੰਮ੍ਰਿਤ ਭਰਿਆ। ਸ਼ਬਦ ਕਾੜ ਪੀਏ ਪਨਹਾਰੀ। ਬੰਦੇ ਦਾ ਅੰਦਰ ਅੰਮ੍ਰਿਤ ਭਰਿਆ ਪਿਆ। ਅੱਜ ਕਿਉਂ ਭਰਾ ਭਰਾ ਦਾ ਦੁਸ਼ਮਣ ਬਣਿਆ? ਅੱਜ ਕਿਉਂ ਲੋਕ ਈਰਖਾ ਜੈਲਸੀ ਦੇ ਨਾਲ ਸੜੇ ਪਏ ਨੇ? ਕਿਉਂ? ਕਿਉਂਕਿ ਅੰਦਰ ਦੇ ਅੰਮ੍ਰਿਤ ਨਾਲ ਸਾਂਝ ਪਈ ਨਹੀਂ ਬੰਦੇ ਦੀ। ਅੱਜ ਕਿਉਂ ਮੈਨੂੰ ਕਿਸੇ ਦੀ ਤਰੱਕੀ ਵੇਖ ਕੇ ਸਾੜਾ ਹੋ ਰਿਹਾ? ਅੱਜ ਮੈਂ ਕਿਸੇ ਦੀ ਜ਼ਮੀਨ ਵੇਖ ਕੇ, ਕਿਸੇ ਦੀ ਗੱਡੀ ਵੇਖ ਕੇ, ਕਿਸੇ ਦਾ ਟਰੈਕਟਰ ਵੇਖ ਕੇ, ਕਿਸੇ ਦਾ ਕਾਰੋਬਾਰ ਵੇਖ ਕੇ ਮੈਨੂੰ ਅੰਦਰੋਂ ਮੈਂ ਦੁਖੀ ਕਿਉਂ ਹੁੰਨਾ? ਕਿਉਂਕਿ ਮੇਰਾ ਅੰਦਰ ਦੇ ਅੰਮ੍ਰਿਤ ਨਾਲ ਸਾਂਝ ਨਹੀਂ ਪਈ। ਬੰਦੇ ਦੇ ਅੰਦਰ ਅੰਮ੍ਰਿਤ ਵਾ। ਮਨ ਰੇ ਥਿਰ ਰਹੋ। ਜਿਵੇਂ ਆਪਣਾ ਹੁਣ ਸਰੀਰ ਬੈਠਾ, ਮਨ ਵੀ ਇੱਦਾਂ ਬਹਿੰਦਾ ਕਿਤੇ। ਹੁਣ ਜਿੰਨੇ ਤੁਸੀਂ ਇੱਥੇ ਬੈਠੇ ਜੇ ਆਪਣੇ ਮਨ ਨੂੰ ਆਪਣੇ ਘਰ ਖੜਨਾ ਹੋਵੇ ਤਾਂ ਸਰੀਰ ਨੂੰ ਖੜਨ ਵਾਸਤੇ ਟਾਈਮ ਲੱਗਣਾ। ਮਨ ਤੇ ਅੱਖ ਝਮਕਣ ਤੋਂ ਪਹਿਲਾਂ ਘਰ ਪਹੁੰਚ ਜਾਣਾ। ਮਨ ਦੀ ਰਫ਼ਤਾਰ ਇੰਨੀ ਤੇਜ਼ ਆ। ਸਰੀਰ ਰਾਤ ਨੂੰ ਬੈੱਡ 'ਤੇ ਸੌਂਦਾ, ਸਰੀਰ ਰਾਤ ਨੂੰ ਮੰਜੇ 'ਤੇ ਸੌਂਦਾ, ਮਨ ਕਈ ਵਾਰੀ ਉੱਥੇ ਰਾਤ ਹੁੰਦਾ ਹੀ ਨਹੀਂ। ਇਹਨੂੰ ਬਾਣੀ 'ਚ ਘਰਾ ਆਖਿਆ। ਬਾਜ ਥੂਨੀਆਂ ਆ ਲੈਂਟਰ ਪਾਇਆ ਨਾ, ਇਹਦੇ ਥੱਲੇ ਆ ਕਿਹੜੇ ਕਿਹੜੇ ਪਿੱਲਰ ਦਿੱਤੇ ਹੋਏ ਆ, ਕੰਧਾਂ ਵਾ, ਤਾਂ ਜਾ ਕੇ ਲੈਂਟਰ ਖਲੋਤਾ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਮਨ ਆ ਨਾ, ਇਹਦੀਆਂ ਥੰਮੀਆਂ ਹੀ ਹੈ ਨਹੀਂ, ਬਿਨਾਂ ਥੰਮੀਆਂ ਤੋਂ ਹੀ ਆ। ਤੈਨੂੰ ਤਾਂ ਡਿੱਗਦਾ ਫਿਰਦਾ, ਕਦੀ ਉੱਥੇ ਮੱਥਾ ਟੇਕਦਾ, ਕਦੀ ਉੱਥੇ ਮੱਥਾ ਟੇਕਦਾ। ਜੇ ਥੰਮੀਆਂ ਹੁੰਦੀਆਂ, ਕਿਹੜੀਆਂ ਥੰਮੀਆਂ? ਜੋ ਮੰਦਰ ਕੋ ਥੰਮੇ ਥੰਮਣ ਤੋਂ ਗੁਰ ਕਾ ਸ਼ਬਦ ਮਨੇ ਸਤੰਭਨ। ਅੱਜ ਥੰਮੀਆਂ ਨਹੀਂ ਹੈਗੀਆਂ। ਕਦੇ ਉੱਥੇ ਦੀਵਾ ਜਗਾਉਂਦਾ ਫਿਰਦਾ, ਕਦੇ ਉੱਥੇ ਦੀਵਾ ਜਗਾਉਂਦਾ ਫਿਰਦਾ, ਕਦੇ ਉੱਥੇ ਦੁੱਧ ਚੜਾਉਂਦਾ ਫਿਰਦਾ।
कोई थमी है नहीं। वो सोचता भी जब वीरवार दीवा ना जगाया तो मेरी मझ ने दुध नहीं देना। हाँ जी, मझ ने दुध दीवे जगाउण नहीं देना, मझ ने दुध पट्ठे पाउण ना देना। मझ नूं पट्ठे पाओ। हुण मझ नूं पट्ठे नहीं पाउणे, उहनूं तूड़ी नहीं पाउणी, उहनूं नवाउणा नहीं, तो दीवा जगाउण नाल भला बोलो जी मझ दुध कित्थों दे दू? मझ ਤਾਂ ਤੁਸੀਂ ਕਾਰਨ ਲੱਭੋ ਨਾ, ਦੁੱਧ ਕਿਉਂ ਨਹੀਂ ਦਿੰਦੀ? ਮੈਂ ਵੀ ਕਿਸਾਨ ਹਾਂ, ਤੁਸੀਂ ਪਸ਼ੂ ਦਾ ਰੋਜ਼ ਜਗ੍ਹਾ ਬਦਲ ਦਿਓ ਨਾ ਤਾਂ ਵੀ ਦੁੱਧ ਘਟਾ ਦਿੰਦੀ ਹੈ। ਤੁਸੀਂ ਰੋਜ਼ ਚੋਣ ਲੱਗਿਆ ਉਹਦੀ ਜਗ੍ਹਾ ਬਦਲੀ ਜਾਓ। ਕਈ ਪਸ਼ੂ ਇਦਾਂ ਦੇ ਨੇ ਜਗ੍ਹਾ ਬਦਲ ਦਿਓ ਤੇ ਉਹ ਲੱਤ ਮਾਰ ਜਾਂਦੀ। ਫਿਰ ਉਹਦੀ ਖੁਰਾਕ ਵੱਲ ਧਿਆਨ ਦਿਓ। ਹੁਣ ਜਿਨ੍ਹਾਂ ਘਰਾਂ 'ਚੋਂ ਆਪਾਂ ਮੱਝ ਲਿਆਉਂਦੇ ਆ ਉਹ ਅਗਲੇ 10 ਕਿਲੋ ਦੁੱਧ 15 ਕਿਲੋ ਦੁੱਧ ਚੋਂਦੇ ਆ, ਆਪਾਂ ਲੈ ਆਉਂਦੇ ਆ ਮੁੱਲ ਲਿਆ ਕੇ ਆਪਣੇ ਘਰ ਦੁੱਧ 15 ਕਿਲੋ ਦੀ ਬਜਾਏ ਹੌਲੀ ਹੌਲੀ 12 10 8 7 ਘਟੀ ਜਾਂਦਾ। ਮੁੜ ਕੇ ਆਪਾਂ ਕਹਿੰਦੇ ਤੁਹਾਡੇ ਘਰ ਦੁੱਧ ਬੜਾ ਦਿੰਦੀ ਸੀ, ਸਾਡੇ ਘਰ ਪਤਾ ਨਹੀਂ ਦੁੱਧ ਨਹੀਂ ਦਿੱਤਾ ਹੀ ਨਹੀਂ। ਉਹ ਆਂਦੇ ਅਸੀਂ ਇਹਦੇ ਵਾਸਤੇ ਵੱਖਰੀ ਖਾਲ ਵੰਡ ਬਣਾਇਆ ਹੋਇਆ ਸੀ, ਅਸੀਂ ਇਹਦੀ ਖੁਰਲੀ 'ਚੋਂ ਪੱਠੇ ਕਦੀ ਤੇ ਤੁਸੀਂ ਕਦੀ ਸੁੱਖ ਨਾ ਪਾਏ ਨਹੀਂ। ਤੁਸੀਂ ਘਰ ਬੰਨ੍ਹ ਕੇ ਮੱਝ ਆਪ ਮਾਰ ਕੇ ਛਾਲ ਤੇ ਬਾਬਿਆਂ ਦੇ ਟਰਾਲੇ 'ਚ ਤੇ ਕਾਰ ਉੱਥੇ ਜਾ ਵੜੇ ਬਾਬਿਆਂ ਦੇ ਡੇਰੇ, ਤੇ ਮੱਝ ਰੋਂਦੀ ਤੇਰੀ ਜਾਨ ਨੂੰ ਵੀ ਖਸਮਾਂ ਮੈਨੂੰ ਖਰੀਦ ਕੇ ਤੇ ਲੈ ਆ। ਪੱਠੇ ਕਿਹਨੇ ਪਾਉਣੇ? ਤੇਰੇ ਬਾਪੂ ਨੇ। ਬੋਲੋ ਜੀ, ਮੱਝ ਜਾਂਦੀ ਮੈਨੂੰ ਖਰੀਦ ਕੇ ਤੇ ਲੈ ਆਇਆ, ਤੇ ਪੱਠੇ ਕਿਹਨੇ ਪਾਉਣੇ ਆ? ਬੋਲੋ ਜੀ, ਪੱਠੇ ਤੇ ਪਾਉਣੇ ਸੀ, ਆਪ ਪੱਠੇ ਪਾਏਗਾ ਤੇ ਮੈਂ ਦੁੱਧ ਦਿਉਂ। ਅੱਛਾ, ਫਿਰ ਦੁੱਧ ਘਟਾਉਂਦੀ ਆ, ਫਿਰ ਆਂਦੇ ਸ਼ੇਖ ਫਤੇ ਖੀਰ ਲੈ ਜਾਓ। ਖੜਦੇ ਇੱਥੋਂ ਜੀ, ਖੜਦੇ ਆ ਨਾ। ਉਹ ਦੁਹਾਈ ਰੱਬ ਦੀ ਕਿੱਡੀ ਵੱਡੀ ਮਾਰ ਮਾਰੀ ਵੀ ਏਡੀ ਦੂਰ ਤੱਕ ਇੱਥੋਂ ਖੀਰ ਲੈ ਕੇ ਜਾਂਦੇ। ਵੇਖੋ ਹੁਣ, ਵੇਖੋ ਵੇਖੋ ਕਿੱਡੀ ਵਧੀਆ ਗੱਲ ਬਾਪੂ ਜੀ ਨੇ ਕੀਤੀ ਆ। ਮੁਸਲਮਾਨਾਂ ਦੀਆਂ ਮੱਝਾਂ ਹੈਗੀਆਂ, ਕਦੀ ਸੋਚ ਕੇ ਵੇਖੋ ਅਸੀਂ ਖਲੋਤੇ ਕਿੱਥੇ ਆ, ਕਿੱਥੇ ਅਸੀਂ ਤੁਰੇ ਹਾਂ ਤੇ ਕਿੱਥੋਂ। ਫਿਰ ਢਾਡੀਆਂ ਕਵੀਸ਼ਰਾਂ ਨੇ ਇੱਦਾਂ ਦੀਆਂ ਕਹਾਣੀਆਂ ਬਣਾ ਬਣਾ ਕੇ ਪੇਸ਼ ਕੀਤੀਆਂ। ਇੱਕ ਬੰਦਾ ਯੂਪੀ ਤੋਂ ਤੁਰਿਆ, ਇੱਕ ਬੰਦਾ ਰਾਜਸਥਾਨ ਤੋਂ ਤੁਰਿਆ, ਇੱਕ ਬੰਦਾ ਹਰਿਆਣੇ ਤੋਂ ਤੁਰਿਆ ਖੀਰ ਲੈ ਕੇ। ਉਹਨੂੰ ਲੱਗੀ ਰਾਜ ਭੁੱਖ, ਉਹਦਾ ਕਿਹਾ ਮੇਰਾ ਖੀਰ ਖਾਣ ਨੂੰ ਜੀ ਕੀਤਾ। ਉਹ ਖੀਰ ਖਾਣ ਲੱਗਾ, ਢੱਕਣ ਪੁੱਟਿਆ, ਵਿੱਚ ਕੀੜੇ ਪਏ ਸੀ। ਮਤਲਬ ਵੀ ਸ਼ੇਖ ਫਤਿਹ ਦੇ ਨਾਂ ਦੀ ਖੀਰ ਬਣਾਈ, ਉਹਨੇ ਢੱਕਣ ਦਿੱਤਾ। ਜਦੋਂ ਸ਼ੇਖ ਫਤਿਹ ਜਾ ਕੇ ਚੜਾਈ ਤੇ ਖੀਰ ਚੰਗੀ ਭਲੀ ਨਿਕਲ ਆਈ। ਮਤਲਬ ਡਰਾਤਾ ਲੋਕਾਂ ਨੂੰ ਵੀ ਜਿਹੜੀ ਉਹਦੇ ਨਾਂ ਦੀ ਖੀਰ ਬਣਾਈ ਆ ਉਹ ਉੱਥੇ ਹੀ ਲੈ ਕੇ ਜਾਇਓ, ਕਿਤੇ ਆਪ ਨਾ ਖਾ ਲਿਓ। ਦੂਜੇ ਨੇ ਸਾਖੀ ਸੁਣਾਤੀ ਸਟੇਜ 'ਤੇ, ਫਲਾਣੇ ਬੰਦੇ ਨੇ ਉਹ ਰਾਜਸਥਾਨ ਤੋਂ ਖੀਰ ਦੀ ਡੋਣੀ ਭਰੀ, ਰਾਹ 'ਚ ਉਹਨੂੰ ਭੁੱਖ ਲੱਗੀ, ਖਾਣ ਨੂੰ ਜੀ ਕੀਤਾ, ਉਹਨੇ ਢੱਕਣ ਚੁੱਕਿਆ, ਵਿੱਚ ਸੱਪ ਬੈਠਾ। ਡਰਾਤਾ ਬੰਦਿਆਂ ਨੂੰ। ਚਲੋ ਹੁਣ ਆਪਾਂ ਤੁਹਾਡੇ ਕੋਲ ਅੱਜ ਦੀ ਰਾਤ ਇੱਥੇ ਆ, ਜਿਨ੍ਹਾਂ ਦੇ ਘਰ ਨਵੀਂ ਮੱਝ ਸੂਈ ਆ, ਕੱਲ੍ਹ ਖੀਰ ਬਣਾਓ ਸ਼ੇਖ ਫਤਿਹ ਦੇ ਨਾਂ ਦੀ, ਢੱਕਣ ਪੁੱਟੂ ਮੈਂ, ਪੂਰਾ ਉਹਦਾ ਨਾਂ ਲੈ ਕੇ ਧਰੋ, ਪੂਰਾ ਉਹਦਾ ਨਾਂ ਲੈ ਕੇ ਧਰੋ ਵੀ ਸ਼ੇਖ ਫਤਿਹ ਤੇਰੇ ਖੀਰ ਚੜਾਉਣੀ ਆ। ਸੱਪ ਨਿਕਲੇ, ਕੀੜੇ ਨਿਕਲਣਾ, ਤੁਹਾਡੇ ਸਾਹਮਣੇ ਇੱਥੇ ਗੁਰਦੁਆਰੇ ਸਿਰੇ ਆਪਾਂ ਖਾਵਾਂਗੇ। ਇੱਥੇ ਸੋਚ ਕੇ ਵੇਖਿਆ ਕਿ ਕਿੱਥੇ ਖਲੋਤੇ ਹਾਂ ਜੀ ਅਸੀਂ, ਕਿਹੜੀ ਸੋਚ ਆ ਸਾਡੀ। ਅੱਛਾ, ਕਮਾਲ ਦੀ ਗੱਲ ਹੈ, ਜਿਹੜੀ ਕਬਰ ਸ਼ੇਖ ਫਤਿਹ ਦੀ ਆ ਉੱਥੇ ਕਹਿੰਦੇ ਨਾਲੇ ਕਹੀ ਜਾਣਗੇ ਉੱਥੇ ਤਾਂ ਕੁੱਤੇ ਵੀ ਖੀਰਾਂ ਨਹੀਂ ਖਾਂਦੇ, ਤੇ ਗੁਰਦੁਆਰੇ ਕਿਤੇ ਬਾਲਟੀ ਖੀਰ ਦੀ ਉਹ ਤਾਂ ਲੜ ਮਰ ਜਾਂਦੇ ਸੀ। ਮਤਲਬ ਉੱਥੇ ਕੁੱਤੇ ਨਹੀਂ ਖਾਂਦੇ, ਇੱਥੇ ਸਾਨੂੰ ਖਾਣ ਨੂੰ ਲੱਭਦੀ ਨਹੀਂ। ਚਾਹੀਦਾ ਤੇ ਇਹ ਸੀ ਗੁਰਦੁਆਰੇ ਖੀਰਾਂ ਵੱਧ ਹੁੰਦੀਆਂ। ਅੱਛਾ, ਪਰ ਕਹਾਣੀਆਂ ਇੱਦਾਂ ਦੀਆਂ ਬਣਾਤੀਆਂ ਵੀ ਜਿਹੜਾ ਘਰੋਂ ਲੈ ਕੇ ਤੁਰਦਾ ਥੋੜ੍ਹੀ ਜਿਹੀ ਵਿੱਚੋਂ ਰੱਖ ਲੈਂਦੇ ਆ, ਜਦੋਂ ਤੱਕ ਉੱਥੇ ਖੀਰ ਚੜ੍ਹਦੀ ਨਹੀਂ ਮਗਰੋਂ ਜਵਾਕ ਨਾ ਅੱਡੀਆਂ ਮਾਰ ਮਾਰ ਕੇ ਵਿਹੜਾ ਪੁੱਟਣ ਵਾਲਾ ਕਰ ਦਿੰਦੇ ਵੀ ਬੀਬੀ ਥੋੜ੍ਹੀ ਜਿਹੀ ਪਾ ਦੇ, ਬੀਬੀ ਥੋੜ੍ਹੀ ਪਾ ਦੇ। ਉਹਦੀ ਮਰ ਜਾ, ਤੇਰਾ ਭਾਈਆ ਗਿਆ ਪਹਿਲਾਂ ਉਹ ਚੜਾਊ, ਫੇਰ ਮਿਲਣੀ ਤੈਨੂੰ, ਹੈ ਨਾ। ਫਿਰ ਟਾਈਮ ਹੁਣ ਤਾਂ ਅੱਜ ਕੱਲ੍ਹ ਤੇ ਮੋਬਾਈਲ ਆ ਗਏ ਆ, ਫਿਰ ਉੱਧਰੋਂ ਭਾਈਆਂ ਦਾ ਲਓ ਜੀ ਮੈਂ ਚੜ੍ਹਾਤੀ, ਹੁਣ ਖਵਾਓ ਨਿਆਣਿਆਂ ਨੂੰ। ਉਦੋਂ ਤੱਕ ਐ ਪੂਰਾ ਕਨੈਕਸ਼ਨ ਆ। ਸੋਚੋ ਅਸੀਂ ਖਲੋਤੇ ਕਿੱਥੇ ਹਾਂ। ਜਿਹੜਾ ਤੁਹਾਡੇ ਖੇਤਾਂ 'ਚ ਕੰਮ ਕਰਦਾ ਉਹਨੂੰ ਬਣਾ ਕੇ ਦਿਓ ਖੀਰ, ਜਾਂ ਆਪਣੇ ਜਵਾਕਾਂ ਨੂੰ ਖਵਾ ਕਦੀ, ਤੂੰ ਵੀ ਦੁੱਧ ਦਾ ਗਲਾਸ ਪੀ। ਗਰੀਬਾਂ ਦਾ ਢਿੱਡ ਧੋਈ ਜਾਂਦੇ ਆ, ਕਬਰਾਂ 'ਤੇ ਖੀਰਾਂ ਚਾੜ੍ਹੀ ਜਾਂਦੇ ਆ, ਕਹਿੰਦੇ ਅਸੀਂ ਤਾਂ ਨੂੰ ਜਾਣਾ, ਤਾਂ ਨੂੰ ਕਿੱਥੇ ਜਾਣਾ ਅਸੀਂ। ਘਰਾਂ 'ਚ ਕਦੀ ਵਿਤਕਰਾ ਨਾ ਕਰੋ। ਜੇ ਤੁਹਾਡੇ ਘਰ 'ਚ ਕੰਮ ਕਰਨ ਵਾਲਾ ਖੇਤਾਂ 'ਚ ਵੀ ਕੋਈ ਕੰਮ ਕਰਦਾ, ਜਿੱਦਾਂ ਦੀ ਆਪ ਰੋਟੀ ਖਾਂਦੇ ਉੱਦਾਂ ਦੀ ਉਹਨੂੰ ਖਵਾਓ।
आप दुध पींदे उन्होंने भी पियाओ, क्योंकि वो मेहनत करता तुहाडे खेतां 'च, तुहाडे पशुओं का गोहा सुट्टदी जिहड़ी। जे आप घर च कोई माड़ा मोड़ फ्रूट लिआंदा, कोई चंगी सब्जी बनाई तो उन्होंने भी खवा दो। गरीबां दा ढिड धोई जाना वा, वेलना गाड़ी मत्थे टेकी जाने, उन्हां गाड़ी ड्राई फ्रूट रखिया हुंदा, बाबा जी थोड़ा जिहा खा लो, बाबा जी थोड़ा जिहा खा लो। इदां करदा सारा समाज। पिस्ता खाओ बाबा जी, शाही पनीर बनाया तुसीं ये खाओ बाबा जी, पकौड़े देसी घ्यो दे विच तल तल के खवाई जाने असीं। फुलदा फुलदा फुलका बाबा जी नूं खुआउणा, फिर फुलदे फुलदे फुलके खा के बाबे फुल जांदे। माफ करना जे मैं गलत हाँ ते। हुण जे तुसीं सद लिया तो तुहानूं ये गल्लां कौड़ियां कसैलियां तो सुणनियां पैणीਆਂ ही आ। घरां विच कई वारी शाही पनीर बनिया, कई वारी खीर बनी आ, कोई चंगी चीज़ बनी, गजरेला बनिया घर च, अलसी बनती सियाल च अपने घरां च। जिहड़ा तुहाडे घर काम करदा उहनूं भी पिन्नी दिओ, ते मन च आउंदा इहनूं देती छेती मुੱਕ जानी है। जिथे महीना कढ़नी सी 20 दिन कढ़ जू, फे बना लिओ। जे तुहाडे घर दा एक जी वध हुंदा, वो भी तो खांदा ही ना, वो भी वेख जांदा वा भी अज, वो भी जदों मझां चो के लिआंदा भी अज शाही पनीर बनिया, अज केले बने आ, अज केले लिआंदे आ, फ्रूट लिआंदा घर च, वो वेख जांदा। तो उन्होंने जो रोटी देने की वारी आती है, कहते दाल ना दे दो, वो भी हिसाब ला लेंदा भी जी सब्जी चंगी बनी, वो नहीं मैनू पुछी ना, खा तो लेंदा दाल ना, तो मुड़ के थोड़े दिन बाद आते पापा जी दे पत्थरी होई आ। मन चाहता पत्थरी नहीं, अजे पत्थर होने तुहाडे, जिहड़ा तुहाडे लक्षण है ना तुहाडे टब्बर दे। अंदर वड़ वड़ के तुसीं शाही पनीर खाई जाते हो, मैनू तुसीं दिंदे नहीं आ, बाबे मगर डोहणियां खीरां दियां चक्की फिरदे हो। दसो जे गलत हाँ जी। सगों मातड़ नूं गरीब नूं पहिलां दिओ, जिन्हों लोड़ आ। चिट्ठियां लिख सतगुर वाल पाइयां, किताब आ चिट्ठियां मनोहर सिंह मार्को दियां, किताब का की नाम आ चिट्ठियां लिख सतगुर वाल पाइयां, उस किताब का नाम आ। ਉਹਦੇ 'ਚ ਉਹਨਾਂ ਨੇ ਗੱਲ ਲਿਖੀ ਆ, ਧਿਆन ਨਾਲ ਸੁਣਿਓ ਹੁਣ। ਉਹ ਕਹਿੰਦੇ ਕਿਸੇ ਅਮੀਰ ਪਰਿਵਾਰ ਨੇ ਆਪਣੇ ਘਰ ਅਖੰਡ ਪਾਠ ਦਾ ਭੋਗ ਪਵਾਇਆ। ਸੁਣੀ ਜਾਓ ਧਿਆਨ। ਕਿਸੇ ਉਹਨੇ ਕਿਤਾਬ ਜਿਹਨੂੰ ਲਿਖੀ ਆ ਨਾ, ਇੱਦਾਂ ਲਿਖੀ ਆ, ਲਿਖ ਤੁਮ ਇੱਦਾਂ ਵੀ ਜਿਵੇਂ ਉਹ ਆਪਣੇ ਵੱਲੋਂ ਕਿਤਾਬ ਗੁਰੂ ਨਾਨਕ ਸਾਹਿਬ ਨੂੰ ਸੰਬੋਧਨ ਕਰਕੇ ਚਿੱਠੀ ਲਿਖ ਰਿਹਾ। ਲਿਖ ਤੁਮ ਆਪਣੇ ਵੱਲੋਂ ਮਨੋਹਰ ਸਿੰਘ ਮਾਰਕੋ, ਅੱਗੇ ਮਿਲੇ ਪਿਆਰੇ ਧੰਨ ਗੁਰੂ ਨਾਨਕ ਸਾਹਿਬ ਜੀ। ਧਿਆਨ ਨਾਲ ਸੁਣਿਓ ਮੇਰੀਓ ਭੈਣੋ। ਕਹਿੰਦੇ ਘਰ ਪਾਠ ਰਖਾਇਆ, ਗ੍ਰੰਥੀ ਸਿੰਘ ਨੇ ਅਰਦਾਸ ਕੀਤੀ, ਗੁਰੂ ਕਾ ਲੰਗਰ। ਆਪਣਾ ਅਰਦਾਸ ਇਹੋ ਕਹਿੰਦੇ ਆ, ਮਹਾਰਾਜ ਆਪਣੇ ਵੱਲੋਂ ਬਖਸ਼ੇ ਹੋਏ ਭੰਡਾਰਿਆਂ ਵਿੱਚੋਂ ਪਰਿਵਾਰ ਨੇ ਗੁਰੂ ਕਾ ਲੰਗਰ ਤਿਆਰ ਕੀਤਾ। ਇੱਦਾਂ ਕਹਿੰਦੇ ਆ ਜੀ। ਗੁਰੂ ਦੇ ਲੰਗਰ 'ਚ ਵਿਤਕਰਾ ਹੁੰਦਾ ਕਦੀ? ਬੋਲ ਕੇ ਦੱਸੋ ਹੁਣ। ਜਿਹੜੀ ਤੁਹਾਡੇ ਘਰ ਬਣੀ ਰੋਟੀ ਉਹ 'ਚ ਤੁਸੀਂ ਕਰ ਸਕਦੇ ਹੋ ਕਿ ਮੈਂ ਆ ਸਬਜ਼ੀ ਗੁਆਂਢੀਆਂ ਨੂੰ ਨਹੀਂ ਦੇਣੀ, ਪਰ ਜਿਹੜਾ ਲੰਗਰ ਗੁਰੂ ਦਾ ਵਾ ਉਹ 'ਚ ਵਿਤਕਰਾ ਹੋ ਸਕਦਾ? ਬੋਲ ਕੇ ਦੱਸੋ ਜੀ। ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਵੀ ਗੁਰੂ ਕਾ ਲੰਗਰ ਪਰਿਵਾਰ ਵੱਲੋਂ ਜਿਹੜੇ ਪਦਾਰਥ ਵਾ ਉਹਨਾਂ ਦੇ ਵੱਲੋਂ ਇਹ ਅੱਜ ਗੁਰੂ ਕਾ ਲੰਗਰ ਤਿਆਰ ਆ ਸਾਰੀ ਸੰਗਤ ਦੇ ਛਕਣ ਲਈ। ਕਹਿੰਦੇ ਪਾਠ ਦਾ ਭੋਗ ਪਿਆ। ਜਦੋਂ ਪਾਠ ਦਾ ਭੋਗ ਪਿਆ ਤੇ ਪਿੰਡਾਂ ਵਿੱਚ ਤੇ ਰਿਵਾਜ ਨਹੀਂ, ਪਰ ਸ਼ਹਿਰਾਂ 'ਚ ਹੈਗਾ। ਉਹਨੇ ਚਿੱਠੀ ਉਹ 'ਚ ਕਿਤਾਬ 'ਚ ਗੱਲ ਲਿਖੀ। ਕਹਿੰਦੇ ਘਰ ਦਾ ਮੁਖੀ ਤੇ ਘਰ ਦੀ ਬੀਬੀ ਗੇਟ 'ਤੇ ਖਲੋ ਗਏ। ਹੁਣ ਆਮ ਭੋਗ ਪਾ ਕੇ ਆਪਾਂ ਕਹਿੰਦੇ ਆ ਵੀ ਗੁਰੂ ਕਾ ਲੰਗਰ ਤਿਆਰ ਆ, ਸਾਰੇ ਛਕ ਕੇ ਜਾਇਓ। ਕਹਿੰਦੇ ਹੁਣ ਜਿਹੜੇ ਕਈ ਰਿਸ਼ਤੇਦਾਰ ਸੀ ਉਹ ਕਹਿੰਦੇ ਵੀ ਅਸੀਂ ਹੁਣ ਚੱਲੇ ਹਾਂ, ਸਵੇਰੇ ਨਾਸ਼ਤਾ ਕਰਕੇ ਆਏ ਸੀ, ਅਸੀਂ ਇੱਕ ਹੋਰ ਵੀ ਸਮਾਗਮ 'ਤੇ ਜਾਣਾ, ਵੀ ਰੋਟੀ ਦੀ ਸਾਨੂੰ ਅਜੇ ਲੋੜ ਨਹੀਂ। ਕਹਿੰਦੇ ਘਰ ਦੇ ਦੋਵੇਂ ਜੀ ਇੱਦਾਂ ਹੱਥ ਜੋੜ ਰਹੇ ਆ ਵੀ ਭਾਵੇਂ ਇੱਕੋ ਫੁਲਕੇ ਖਾ ਕੇ ਜਾਓ, ਭਾਵੇਂ ਇੱਕੋ ਹੀ ਪ੍ਰਸ਼ਾਦਾ ਛਕ ਕੇ ਜਾਓ, ਬੜੀਆਂ ਅਸੀਂ ਪਿਆਰ ਨਾਲ ਤਿਆਰ ਕੀਤਾ। ਉਹ ਗਾੜੀਆਂ ਖਾਣ ਵਾਲੇ ਆਂਦੇ ਆ ਅਸੀਂ ਸਵੇਰੇ ਘਰੋਂ ਨਾਸ਼ਤਾ ਕਰਕੇ ਆਏ ਆ, ਸਾਨੂੰ ਅਜੇ ਲੋੜ ਨਹੀਂ ਆ, ਤੇ ਘਰ ਦੇ ਤਰਲੇ ਲੈ ਰਹੇ ਆ ਖਾ ਕੇ ਜਾਓ। ਕਹਿੰਦਾ ਐਨ ਘਰ ਦੇ ਗੇਟ ਦੇ ਬਾਹਰ ਗਰੀਬਾਂ ਦੇ ਨਿਆਣੇ ਤੇ ਬੀਬੀਆਂ ਉਹ ਲੈਣ ਲਾ ਕੇ ਖਲੋਤੇ ਆ ਵੀ ਸਾਨੂੰ ਵੀ ਛਕਾ ਦਿਓ। ਉਹਨਾਂ ਨੂੰ ਆਂਦੇ ਆ ਖਲੋ ਜੋ, ਅੰਦਰੋਂ ਪਹਿਲਾਂ ਛਕਾ ਲੈਣ ਦੀ ਮਤਲਬ ਇਹ ਆ ਜੇ ਅੰਦਰੋਂ ਵੱਧ ਗਿਆ ਤੇ ਤੁਹਾਨੂੰ ਖਵਾ ਦਾਂਗੇ, ਜੇ ਸਾਡੇ ਆਏ ਪ੍ਰਾਹੁਣੇ ਖਾ ਗਏ ਤੇ ਫਿਰ ਤੁਹਾਡੇ ਵਾਸਤੇ ਸਤਿ ਸ੍ਰੀ ਅਕਾਲ। ਤੇ ਬੋਲਿਆ ਕੀ ਸੀ ਭਲਾ? ਗੁਰੂ ਕਾ। ਅੱਛਾ, ਜਿਨ੍ਹਾਂ ਨੂੰ ਲੋੜ ਨਹੀਂ ਉਹਨਾਂ ਗਾੜੀ ਤਰਲੇ ਲੈਣ ਦੇ ਵੀ ਖਾ ਲਓ, ਤੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਕੀ ਆਂਦੇ ਭਲਾ? ਜੇ ਵੱਧ ਜੂਗਾ ਤੇ ਤੁਹਾਨੂੰ ਵੀ ਛਕਾਵਾਂਗੇ।
ਹੁਣ ਸੋਚ ਕੇ ਵੇਖਿਓ ਤੁਸੀਂ, ਆ ਕਿਸਾਨੀ ਅੰਦੋਲਨ 'ਚ ਨਾ ਇੱਕ ਚੀਜ਼ ਬੜੀ ਕਮਾਲ ਦੀ ਹੋਈ, ਕਿਉਂਕਿ ਲਗਾਤਾਰ ਅਸੀਂ 1 ਸਾਲ 13 ਦਿਨ ਉੱਥੇ ਰਹਿ ਕੇ ਚੀਜ਼ ਜਿਹੜੀ ਵੇਖੀ ਆ, ਲੜਨ ਸਾਡੇ ਕਿਸਾਨ ਤੇ ਮਜ਼ਦੂਰ ਉੱਥੇ ਅੰਦੋਲਨ ਗਏ ਸੀ ਤੇ ਲੋਕਲ ਲੋਕ ਉੱਥੋਂ ਰੋਜ਼ ਆਣ ਕੇ ਪ੍ਰਸ਼ਾਦਾ ਛਕਦੇ ਸੀ। ਗੋਦੀ ਮੀਡੀਆ ਦੀ ਜੜੀ ਬੈਠੀ ਕਿ ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਕਹਿੰਦੇ, ਉਗਰਵਾਦੀ ਕਹਿੰਦੇ ਜੇ, ਵੀ ਇਹ ਕਿਸਾਨ ਤੇ ਹੈ ਹੀ ਨਹੀਂ, ਉਹ ਇਹ ਤੇ ਲੰਗਰ ਵੰਡ ਕੇ, ਇਹ ਤਾਂ ਕੰਬਲ ਵੰਡ ਕੇ, ਇਹ ਤਾਂ ਪਿਆਰ ਵੰਡ ਕੇ। ਸਵੇਰੇ ਲੋਕ ਆਪਣੇ ਘਰਾਂ 'ਚ ਉੱਠਦੇ ਸੀ, ਕੁੰਡਲੀ ਬਾਰਡਰ ਤੇ ਸਿੰਘੂ ਬਾਰਡਰ ਸਾਰਾ ਇੰਡਸਟਰੀ ਏਰੀਆ ਵਾ, ਉਹ ਸਾਰੇ ਉੱਥੇ ਫੈਕਟਰੀਆਂ ਵਾ। ਸਵੇਰੇ ਉਹ ਲੋਕ ਘਰੋਂ ਉੱਠਦੇ ਸੀ, ਤਿਆਰ ਹੁੰਦੇ ਸੀ, ਤੇ ਕਿਸਾਨ ਆਪਣੇ ਟੈਂਟਾਂ ਦੇ ਬਾਹਰ ਦਾ ਚਾਹ ਦੀ ਕੇਟਲੀ ਲਾ ਕੇ ਤੇ ਨਾਲ ਰਸ ਰੱਖ ਕੇ ਬਿਸਕੁਟ ਲੈ ਕੇ ਬੈਠੇ ਸੀ। ਉਹਨਾਂ ਨੂੰ ਉਹ ਸਵੇਰੇ ਚਾਹ ਦਾ ਕੱਪ ਇੱਦਾਂ ਲੈਂਦੇ ਸੀ, ਨਾਲ 2 ਰਸ ਖਾਂਦੇ ਸੀ, ਆਪਣੇ ਕੰਮ ਤੇ ਜਾਂਦੇ ਸੀ। ਸ਼ਾਮੀ ਜਾਂ ਦੁਪਹਿਰੇ ਜਦੋਂ ਆਉਣਾ, ਆਣ ਕੇ ਉੱਥੋਂ ਪ੍ਰਸ਼ਾਦਾ ਛਕ ਕੇ ਜਾਣਾ। ਉਹਨੂੰ ਗੋਦੀ ਮੀਡੀਆ ਪਿੱਟ ਮਰ ਗਿਆ ਵੀ ਤੁਸੀਂ ਇਹਨਾਂ ਦੇ ਵਿਰੁੱਧ ਕੋਈ ਸਟੇਟਮੈਂਟ ਦਿਓ। ਉਹਨਾਂ ਵਿਰੁੱਧ ਤੇ ਕੀ ਸਟੇਟਮੈਂਟ ਦੇਣੀ ਆ, ਜਦੋਂ ਉੱਥੋਂ ਤੰਬੂ ਪੁੱਟ ਕੇ 10 ਦਸੰਬਰ ਦੀ ਆਖਰੀ ਰਾਤ ਨੂੰ 11 ਨੂੰ ਪੰਜਾਬ ਨੂੰ ਚੱਲੇ ਆ, ਲੋਕ ਇੱਦਾਂ ਰੋ ਰਹੇ ਸੀ ਜਿਵੇਂ ਘਰ 'ਚ ਲੜਕੀ ਤੁਰੀ ਹੋਵੇ ਤੇ ਲੜਕੀ ਦੇ ਮਾਂ ਬਾਪ ਤੇ ਭਰਾਵਾਂ ਦੇ ਅੱਖਾਂ 'ਚ ਅੱਥਰੂ ਹੁੰਦੇ। ਬੀਜੇਪੀ ਦੀਆਂ ਜੜ੍ਹਾਂ ਲਾ ਕੇ ਰੱਖ ਦਿੱਤੀਆਂ ਇਸ ਅੰਦੋਲਨ ਨੇ। ਪਤਾ ਹੀ ਆ ਤੁਹਾਨੂੰ, ਦੱਸਣ ਦੀ ਲੋੜ ਨਹੀਂ। ਬੀਜੇਪੀ ਨੂੰ ਹਿਲਾ ਕੇ ਰੱਖ ਦਿੱਤਾ। ਇੰਨਾ ਸੌਖਾ ਨਹੀਂ ਸੀ PM ਵਾਸਤੇ ਕਿ 19 ਨਵੰਬਰ ਨੂੰ ਜਿਹੜੀ ਜ਼ੁਬਾਨ ਨਾਲ ਕਦੀ ਅੰਦੋਲਨ ਜੀਵੀ ਸ਼ਬਦ ਬੋਲੇ ਸੀ, ਇਹ ਤੇ ਕਿਸਾਨ ਹੈ ਹੀ ਨਹੀਂ, ਇਹ ਤੇ ਪਰਜੀਵੀ ਨੇ, ਇਹ ਤੇ ਅੰਦੋਲਨ ਜੀਵੀ, ਇੱਦਾਂ ਦੇ ਸ਼ਬਦ ਬੋਲੇ ਸੀ। ਸੋਚ ਕੇ ਵੇਖੋ ਤੁਸੀਂ, ਉਹ ਸ਼ਬਦ ਮੂੰਹ 'ਚ ਪਾ ਕੇ ਹਟੇ ਉਹਦੇ। ਕਾਹਦਾ? ਸਬਰ, ਸੰਤੋਖ, ਸਿਦਕ। ਰਾਹ ਪਾਤਾ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ 3 ਕਾਲੇ ਕਾਨੂੰਨ ਅਗਲਿਆਂ ਨੂੰ ਬੈਗ ਲੈਣੇ ਪੈ ਗਏ। ਇਹ ਜਿੱਤ ਸਾਡੇ ਗੁਰੂ ਦੀ ਹੋਈ ਹੈ, ਜਿੱਤ ਸਾਡੇ ਗੁਰੂ ਦੇ ਉਹਨਾਂ ਪੁੱਤਰਾਂ ਧੀਆਂ ਦੀ ਹੋਈ ਆ ਜਿਹੜੇ ਸਦਕ ਦੇ ਨਾਲ ਉੱਥੇ ਬੈਠੇ ਰਹੇ ਲੰਬਾ ਟਾਈਮ। ਕਦੀ ਸੋਚ ਕੇ ਵੇਖੋ ਤੁਸੀਂ, ਤੁਹਾਡੇ ਵਿੱਚੋਂ ਵੀ ਕਈ ਉੱਥੇ ਹਾਜ਼ਰੀ ਗਾਜੀਪੁਰ ਭਰਦੇ ਰਹੇ, ਲਗਾਤਾਰ ਪਰਿਵਾਰਾਂ ਦੇ ਪਰਿਵਾਰ। ਇੱਕ ਚੀਜ਼ ਇੱਥੇ ਵੇਖਣ ਵਾਲੀ ਸੀ, ਕਈ ਇਸ ਅੰਦੋਲਨ 'ਚ ਉਹ ਵੀ ਗਏ ਜਿਨ੍ਹਾਂ ਦੇ ਹੱਥ ਵੀ ਨਹੀਂ ਸੀ ਹੈਗੇ, ਲੱਤਾਂ ਵੀ ਨਹੀਂ ਸੀ ਹੈਗੀਆਂ, ਤੇ ਕਈਆਂ ਦੀ ਮਰਲਾ ਜ਼ਮੀਨ ਵੀ ਨਹੀਂ ਸੀ ਹੈਗੀ, ਉਹ ਵੀ ਉੱਥੇ ਗਏ। ਤੇ ਕਈਆਂ ਘਰਾਂ 'ਚ 2-2 ਟਰੈਕਟਰ ਖਲੋਤੇ ਸੀ, ਉਹ ਵੀ ਨਹੀਂ ਗਏ। ਕੰਪੈਨਾਂ ਖਲੋਤੀਆਂ ਘਰ 'ਚ, ਨਾ ਆਪ ਕਹਿਣਾ ਜਵਾਕ ਭੇਜਿਆ। ਕਈਆਂ ਨੇ ਆਪਣੇ ਜੀ ਗਵਾ ਲਏ ਇਸ ਅੰਦੋਲਨ ਦੇ ਵਿੱਚ। ਨਵਰੀਤ ਸਿੰਘ ਦੇ, ਮੈਂ ਜਿੱਦਣ ਅਰਦਾਸ ਹੋਈ ਸੀ, ਜਿੱਦਣ 26 ਜਨਵਰੀ ਨੂੰ, ਮੈਂ ਉਹਨਾਂ ਦੇ ਘਰ ਉਦੋਂ ਸਮਾਗਮ 'ਤੇ ਸੀ। ਲਖੀਮਪੁਰ ਖੀਰੀ ਨਵਰੀਤ ਸਿੰਘ ਵਾਲੀ ਘਟਨਾ, ਉਹਨਾਂ ਮਾਵਾਂ ਨੂੰ ਪੁੱਤ ਲੱਭ ਜਾਣਗੇ। ਜਦੋਂ ਕਿਸਾਨੋਂ ਆਪਣੇ ਖੇਤਾਂ ਵਿੱਚ ਟਰੈਕਟਰ ਵਾੜੋਗੇ, ਇੱਕ ਵਾਰ ਸਿਰ ਉਹਨਾਂ ਮਾਵਾਂ ਦੇ ਚਰਨਾਂ 'ਚ ਝੁਕਾਇਓ ਜਿਨ੍ਹਾਂ ਨੇ ਆਪਣੇ ਪੁੱਤ ਕੁਰਬਾਨ ਕੀਤੇ ਇਸ ਅੰਦੋਲਨ। ਉਹਨਾਂ ਦੇ ਘਰਾਂ 'ਚੋਂ ਕੋਈ ਜੀ ਗਿਆ ਤਾਂ ਅਸੀਂ ਆਪਣੇ ਖੇਤਾਂ 'ਚ ਅੱਜ ਟਰੈਕਟਰ ਪਾਉਣ ਜੋਗੇ ਹੋਏ ਹਾਂ। ਪਰ ਕਈ ਸਾਡੇ ਫੇਰ ਗੰਦੀ ਸਿਆਸਤ ਖੇਡਦੇ ਆ, ਮਾਰ ਮਾਰ ਕੇ ਡੱਡੂ ਵਾਂਗੂ ਛਾਲਾਂ, ਤੇ ਫੇਰ ਬੀਜੇਪੀ ਦੀ ਝੋਲੀ 'ਚ ਪਈ ਜਾਂਦੇ ਕਈ ਸਾਡੇ। ਮੈਨੂੰ ਤੁਹਾਡੀ ਇਸ ਸਟੇਟ ਦੀ ਰਾਜਨੀਤੀ ਦਾ ਨਹੀਂ ਪਤਾ, ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਵੋਟ ਪਾਉਣ ਲੱਗਿਆਂ ਉਹ ਚਿਹਰੇ ਜ਼ਰੂਰ ਚੇਤੇ ਰੱਖਿਓ ਜਿਨ੍ਹਾਂ ਨੇ 1 ਸਾਲ 13 ਦਿਨ ਤੁਹਾਡਿਆਂ ਬਜ਼ੁਰਗਾਂ, ਤੁਹਾਡੀਆਂ ਮਾਵਾਂ ਨੂੰ ਸੜਕਾਂ 'ਤੇ ਬਿਠਾ ਛੱਡਿਆ। ਇਹ ਮੇਰੀ ਬੇਨਤੀ ਹੱਥ ਜੋੜ ਕੇ, ਮੈਂ ਪੰਜਾਬ ਦੀ ਹਰ ਸਟੇਜ 'ਤੇ ਇੱਕ ਲਫ਼ਜ਼ ਬੋਲਦਾ, 1 ਸਾਲ 13 ਦਿਨ ਲਗਾਤਾਰ 2020 25 26 ਨਵੰਬਰ ਤੋਂ ਲੈ ਕੇ ਅੱਗੇ ਜਾ ਕੇ 21 ਦੇ ਦਸੰਬਰ ਦੀ ਉਹ 10 ਤਰੀਕ ਲਗਾਤਾਰ 1 ਸਾਲ 13 ਦਿਨ ਦਾ ਸਮਾਂ ਬਣਦਾ। ਕਿੰਨੇ ਘਰਾਂ ਦੇ ਜੀ ਚਲੇ ਗਏ। ਫਿਰ ਸਾਡੇ ਲੋਕ ਉਹਨਾਂ ਮਗਰ, ਅੱਜ ਜਿੰਨਿਆਂ ਮੈਂ ਪਿੱਛੋਂ ਸਟੇਜਾਂ 'ਤੇ ਬੋਲਦਾ, ਇੱਕੋ ਗੱਲ ਕਹਿੰਦਾ ਆਇਆ ਕਿ ਆਪਣੀ ਜ਼ਮੀਰ ਜਗਾ ਕੇ ਰੱਖਿਓ। ਜੇ ਅਸੀਂ ਫਿਰ ਉਹਨਾਂ ਦੀਆਂ ਚੱਪਲਾਂ ਚੱਟਣੀਆਂ ਨੇ ਤੇ ਉਹਨਾਂ ਮਾਵਾਂ ਨੇ ਸਾਨੂੰ, ਉਹਨਾਂ ਪਰਿਵਾਰਾਂ ਨੇ ਕਦੀ ਮਾਫ ਨਹੀਂ ਕਰਨਾ। ਜਿਨ੍ਹਾਂ ਘਰਾਂ 'ਚੋਂ ਮਾਵਾਂ ਚਲੇ ਗਈਆਂ, ਟਿੱਕਰੀ ਬਾਰਡਰ ਦੀ ਗੱਲ ਹੈ, ਜਿੱਥੇ ਉਸ ਮਾਂ ਦੀ ਧੀ ਦਾ ਥੋੜ੍ਹੇ ਦਿਨਾਂ ਬਾਅਦ ਇਹ ਆਨੰਦ ਕਾਰਜ ਹੋਣਾ ਸੀ, ਤੇ ਮਾਂ ਇੱਥੇ ਆਪਣੀ ਹਾਜ਼ਰੀ ਭਰਨ ਆਈ, ਤਿਆਰ ਹੋ ਕੇ ਖਲੋਤੀਆਂ ਨੇ। ਉਹਨਾਂ ਨੇ ਪੰਜਾਬ ਨੂੰ ਜਾਣਾ, ਟਰੱਕ ਸਟਾਰਟ ਹੋਇਆ,
पूरी प्लैनिंग नाल कतल किया गया उन्होंने उत्तों ਦੀ ट्रक चाढ़ दिता गया। पता काहदे लई? अगले मनोबल डेगदे सी भी जे एक दो इत्थे मौतां होणगीਆਂ तो ਜਿਹੜੇ लोग घरां चों तैयार हो रहे आ अंदोलन चाउण लई उन्हां ਦੀਆਂ मावां कहणगीਆਂ रहण दे, उत्थे पता नहीं की हो जाना। बहुत कुछ वापरिया इत्थे। असी स्वार्थी, असी उस गुरु पातशाह का इतिहास भुल गए जिन्हां साडे तो बच्चे कुर्बान किए। याद रखना, स्वार्थ भरिया जीवन ज़्यादा देर नहीं चलता। एक अपने स्वाए आए बहें गुरे आ गए जो बगल समाध लगाई है। परिवार चंगा भला इकट्ठा तुरया जाता, जे परिवार च एक जीवी स्वार्थी हो जाए तो परिवार की सारी एकता सारा इतफाक खूह च पै जाता। एक भी स्वार्थी जी आ जाए घर च, भावें भरा होवे भावें नूंह होवे भावें कोई पुत्त होवे, स्वार्थी समझते हो? मतबल खोरा जिहड़ा अपना मतबल हल किया तो पासे हो गया। स्वार्थ गुरु पातशाह की बाणी कहती एक अपने स्वाए आए बहें गुरे आ गए जो बगल समाध लगाई है। जिमें बगला समाधि ला के बहिंदा, कई बंदे गुरु कोल भी इदा अपने स्वार्थ करके आन के बह जाते। एक अपने स्वाए आए बहें गुरे आ गए जो बगल समाध लगाई है। जिमें बगला नहीं अखां बंद करता, इदा कई तुहानूं संसार के अंदर इदा दे लोग समाज में मिल जाएंगे जिहड़े बंदे स्वार्थ वास्ते एक दूजे की वरतों करते हैं। सानू गुरु पातशाह जी ने कितना प्यारा उपदेश बख्शिश किया, किन्नियां प्यारियां विचारां दित्तियां कि असी जिंदगी नूं किदां जीउणा है। अज असी वहमां भरमां पखंडां कर्म कांडां दे किदां शिकार हो गए। क्यों? क्योंकि असी अपने सतगुर की बाणी पढ़ी विचारी है ही नहीं। अज असी डरे पे अंदरों, जी मैं गल पहला कही, मझ ना मिले तो असी फलाने तां तुरे फिरदे हां, घर च कोई न्याणा रोंदा तो तां असी सोचते भी शायद किसी ने कुछ कर दिता। फसल ना होवे तो आपां कहने लै साडी जमीन नूं किसी ने कुछ करता, मशीनरी ना चले, कोई ट्रैक्टर ना चले तां साडे दिमाग च हुंदा भी इहनूं किसी ने कुछ करता। किसी नूं किसी ने कुछ नहीं किया, असी खुद किया। आप चंगे बनो, अपनी सोच बदलो, अपने विचार बदलो, चंगे काम करने की कोशिश करो। जिहड़ी गल गुरु अर्जन साहब जी कहते हैं, हम मैले तुम उजड़ करते, असी मैल नाल भरे पे हाँ, तुसी सानू उजड़ा करने वाले हो। हम निर्गुण तू दाता, असी निर्गुण आ रहे हैं, तुसी दाते हो। कादे दाते हो? गुणा दे दाते हो। अं तो दाता भी ये बनया भी इतों आटा मिलता, इतों चौल मिलते, इतों फलानी चीज़ मिलती है। परमात्मा दाता वा, गुणा का दाता। बंदे को सब कुछ होवे पर जे गुण ना होण, चंगियाइयां ना होण तो बंदा पशुओं नालों भैड़ा। सतगुर की बाणी कहती करतूत पशु की मानस जात, लोक पचारा करे दिन रात। इंसान दे विचों गुण बाहर कढ़ दिओ तो इंसान पशुओं नालों भी भैड़ा है। इंसान इंसान तां ही आ जिहदे विच गुण वा। तुहाडे हत्थ दे उत्ते गुट ते घड़ी बधी आ, जे घड़ी टाइम दसदी आ तो यह घड़ी का गुण वा। जे टाइम नहीं दसदी तुसीं गुट ते क्यों बन्नोगे उन्होंने? समझ आई? गां दुध दिंदी होवे, रस्सा खुल जे तो लभ के लैके आई दी है। पता भी 50-60-70 हज़ार की मुल लैके आती आ, इन्हें दुध देना तां साडे घर रोटी पकड़ी आ। दुध बिन धेन पंख बिन पंखी, गां दुध ना दिंदी होवे ते किसे काम दी नहीं। अच्छा कमाल की गल तुसीं वेखो, दुध देंदी होवे गां ते घरों रस्सा खुल जाए गवाच जाए, लभ के लैके आई दी आ, उदों तक चैन नहीं आउंदा। ते दुध ना दिंदी होवे ते आपे भी रस्सा खोल दीदा गलों। ठीक है जी, ये गुरु ग्रंथ साहब की बाणी का वाक है। दुध बिन धेन पंख बिन पंखी, धेन दुधे ते बाहरी किते ना आवे काम। दुध तो बिना गां किसे काम दी नहीं। इदां ही बंदिया जे तेरे च चंगे गुण नहीं है तो तू किहड़ा किसे काम दा। कई बारी मां नहीं कहती इहदे नाल ते लड़की हो जाती,
तो साढ़े फिर असी अरदासां कर करके पुत मंगते फिरदे हां। फिर वेखो साढ़े कभी किसी बाबे को अरदास कराते, कभी किसी बाबे को अरदास कराते आ, कभी किसी ग्रंथी को वो इदा ना कोई परिवार चला गया तो बाहर बैठा से सेवादार, वो कहते जी कितने आए जे, कहते साढ़े घर पहला एक लड़की आ तो असीं अरदास कराउण आए हैं। कहते काहदी, अहे रब सानू पुत्र देवे। तो सेवादार अगे गुरुद्वारे बैठा सी, हस पिया। कहते जेड़े ग्रंथी को अरदास कराउणी वो तो अपनियां दो धीआं। समझ आई? जे अरदास नाल हुंदा होवे, बेबे नानकी दे घर ना धी सी ना पुत सी, गुरु नानक साहब बेबे नानकी बदले अरदास नहीं सी कर सकते? सोच के वेख्या कभी? कभी किसी बाबे ने तुहानूं ये गल दसी है? सेब लैके जाणगे आपे चोली, बाबे बड़े तेज आ, उन्होंने 100 परिवार के घर च गए, 100 घर जाके उन्हें तो झोली च सेब पाता, 50-60 के घर जो जवाक हो भी गया, पुत्र हो गया, वो तो पक्के बाबे के चेले बन गए भी बाबा जी की कृपा ना होया भी, बाबा जी कह के गए। सोचिया असीं खलोते कित्थे? मेरी धी की उम्र दियां बेटियां ने, धियां दे सामने बह बह के कही जाणगे अरदास करा के वेख लो कीमता महाराज जड़ ला ही देवे। वो धियां सोचदियां असीं जड़ नहीं, असीं भेखी बाबियां कोल तुरे फिरदे हां। अगर ढाडी कविशर लगे हो ना 10-10 रुपये दे के अरदासां करें, मैनूं पोतरा चाहिए, मैनूं दोता चाहिए। कभी पोतरी की अरदास भी कराई किसी ने? बोलो भैनों, कभी दोती की अरदास भी कराई है? अच्छा पुत चाहिए क्यों भला? गुरु रामदास का वाक है, कहते ज्यों जननी गर्भ पालती, ज्यों जननी गर्भ पालती सुत की करे आसा। जिस घर जवाक होने वाला होवे ना, उस घर तुसीं वेखो फोटोआं नहीं लिया के लाउंदे बाजारों, तो फोटोआं सारियां पुत्रां दियां लाउंदे आ। घर होवे किसी ने धी की फोटो लाई अज तक? ज्यों जननी गर्भ पालती सुत की कर आसा। वड्डा होए पुत ने वड्डे होना वा, अगे धन खाट दे, इन्हें कमाई करया करनी आ ते कर भोग बलासा। अहीं ना दोवां जियां ने चिट्टी चादर विछा दिया करनी, साडे नौं पुत ने ही उत्थे ब्याह करना, नौं ने रोटियां पकाया करनियां ते पुत ने कमाई करया करनी। इसे करके पुत चाहिए, धी क्यों नहीं चाहिए? धी नूं पढ़ा लिखा लो, इनू तो सहुरे ही तोरना, इन्हें किहड़ा साडे घर रहना। आ ते हुण फर्क पै गया, धी नूं एक दिन च 50 बार मर जानी आंदे, हम मर जानी ना होवे ते पुत नूं एक बार भी मर जाना कह देना किते, ते नाल ही मन च कहिंदे आ हाय रब्बा इदां ना कर दी। धी नूं एक दिन च किन्नी वारी किते मर जानी ना होवे क्यों मेरी वो भैनों इंज हुंदा कि नहीं हुंदा? ते किते पोतरे नूं एक बार ही मर जाना कह के वेखूंगा भला। अच्छा फिर पुत्रां दे सामने कही जाणगे तूं ते हुंदा नहीं सी, तूं ते महापुरखां दी अरदास ना होया। अच्छा फिर उन्होंने नाले कहिंदे आ वो काम कर लिया कर कोई थोड़ा बहुता, वो अगे आंदा आपे तो कहने महापुरखां दी अरदास ना होया, ओहदी ते बारी भी कोई खोलदा। हाँ जी, आपे ही तुसीं कहिंदे जे मैं महापुरखां दी अरदास ना होया, जो वो नहीं काम करता फिर मैं क्यों क्या करा? हाँ जी, प्यो दियां हड्डियां पाटियां, ताया विचारे दियां हत्थ पाटे पे काम कर करके, तो वेलणा के मगर थाल सजा के तुरे फिरदा साडा समाज। किते प्यो कह देना मेरी डिस्क हिली आ, मैं अज स्प्रे करके आया, मेरियां लत्तां गर्म पानी नाल धवाओ, उन्होंने आंदे आपे धो लग। तो बाबियां नूं इस भी पक्खियां झली जाणगे, पक्खा फड़िया वो बोलो। हुण मैनूं पहलां पता भी जान लग्या कमेटी नूं जगजीत सिंह जी तुहानूं इन्हां कहना भी ये बंदा दोबारा नहीं साडे इत्थे होना चाहिए। जगजीत सिंह के घर बेटी हुई, अंदोलन च लै गया स्पैशल उत्थे, उहदे घर बेटी ने जन्म लिया। वो भलिओ अजकल तो धियां पुत्तां नालों भी वध प्यार करदियां वा। नाले जेड़े धी पुत करदा महम सी ना भी धी ते विआह के सहुरे तोर देनी आ ते पुत ने साडे कोल रहना। अज जे हिसाब नाल बाहर आइलट्स हो रही है ना, रह इत्थे कल्ले बापू मां जी गए, न्याणे भी अगे बोलो हुण
ਆ ਜਿਹੜੇ ਆਂਦੇ ਆ ਨਾ ਨੌ ਪੁੱਤ ਸਾਨੂੰ ਧੀਆਂ ਨਹੀਂ ਚਾਹੀਦੀਆਂ ਪੁੱਤ ਚਾਹੀਦਾ, ਉਹ ਪਹੁੰਚਾ ਪੈਰ ਨੌ ਦਾ ਫੜ ਕੇ ਬਾਹਰ ਜਾ ਰਿਹਾ। ਪੁੱਤ ਤੇ ਟੱਪਦੇ ਹੀ ਨਹੀਂ ਆ, ਉਹਨਾਂ ਕੋਲ ਤੇ ਹੁੰਦਾ ਹੀ ਨਹੀਂ ਕੱਖ। ਤੇ ਨੋਹਾਂ ਜਿਹੜੀਆਂ ਉਹ ਤੇ ਪੜ੍ਹ ਜਾਂਦੀਆਂ, ਪੜ੍ਹਾਈ ਕਰ ਜਾਂਦੀਆਂ, ਇੱਧਰ ਸੁੱਖ ਦੇ ਨਾਲ ਪੇਪਰ ਵੀ ਕਹਿੰਦੇ ਤੂੰ ਦੇ ਆ ਟੀਚਰ ਨੂੰ। ਆ ਤੇ ਹੁਣ ਮਾੜਾ ਮੋੜ ਫਰਕ ਪੈ ਗਿਆ, ਅੱਗੇ ਕਹਿਣਾ ਕੋਈ ਗੱਲ ਨਹੀਂ ਆ, ਦੇਸੀ ਘਰ ਦੀ ਕੱਢੀ ਆ, ਟੀਚਰ ਨੂੰ ਕਹਿ ਕੇ 10ਵੀਂ ਪਾਸ ਕਰਾ ਲੈਣੀ। ਧੀਆਂ ਪੜ੍ਹਦੀਆਂ, ਧੀਆਂ ਨੂੰ ਪਤਾ ਲੱਗ ਗਿਆ, ਉਹਨਾਂ ਨੂੰ ਐਜੂਕੇਸ਼ਨ ਦਾ ਪਤਾ ਵੀ ਐਜੂਕੇਸ਼ਨ ਕੀ ਚੀਜ਼ ਆ। ਮੈਂ ਭੈਣੋ ਤੁਹਾਡੇ ਗਾੜੀ ਬੇਨਤੀ ਕਰਦਾ, ਜਿਨ੍ਹਾਂ ਦੇ ਵਿਆਹ ਹੋਏ ਆ, ਜਦੋਂ ਤੁਹਾਨੂੰ ਕੋਈ ਸੱਸ ਕਹਿੰਦਾ ਫਲਾਣੇ ਬਾਬੇ ਕੋਲੋਂ ਅਰਦਾਸ ਕਰਾਂ, ਉਹਦਾ ਮੈਂ ਇਹ ਕੰਮ ਨਹੀਂ ਕਰਨਾ, ਮੈਂ ਪਖੰਡ ਨਹੀਂ ਕਰਨਾ। ਤਾਂ ਭੈਣੋ ਤੁਹਾਡੇ ਗਾੜੀ ਵੀ ਇੱਕ ਬੇਨਤੀ ਆ, ਇਹ ਕੰਮ ਕਦੀ ਨਹੀਂ ਕਰਨਾ। ਜਦੋਂ ਘਰ 'ਚ ਪੋਤਰੀ ਹੋਵੇ ਨਾ, ਖੁਸ਼ ਰਹੋ, ਕਿਉਂਕਿ ਤੁਸੀਂ ਵੀ ਔਰਤ ਜੇ। ਜਦੋਂ ਤੁਸੀਂ ਪੈਦਾ ਹੋਈਆਂ ਸੀ, ਜੇ ਉਦੋਂ ਤੁਹਾਡੇ ਟੱਬਰ ਮੂੰਹ ਵੱਟਦੇ ਤੇ ਇੱਕ ਬੀਬੀ ਦੁਨੀਆ 'ਤੇ ਆ ਹੀ ਨਹੀਂ ਸੀ ਸਕਦੀ। ਜਿਸ ਨੂੰਹ ਦੇ ਘਰ ਧੀਆਂ ਹੁੰਦੀਆਂ ਨਾ, ਉਹਨੂੰ ਘਰਾਂ 'ਚ ਕਿੱਦਾਂ ਸੱਸਾਂ ਵੇਂਦੀਆਂ। ਕਹਿੰਦੇ ਦਾ ਪਰਛਾਵਾਂ ਨਾ ਪੈਣ ਦਿਓ, ਇਹ ਧੀਆਂ ਨੂੰ ਜਨਮ ਦਿੰਦੀ ਆ। ਅੱਜ ਉਹਨੇ ਪੁੱਤ ਜੰਮੇ ਆ ਨਾ, ਇਹ ਸੁਲੱਖਣੀ ਆ। ਕਿੱਥੇ ਖਲੋਤੇ ਹਾਂ ਅਸੀਂ? ਗੁਰਬਾਣੀ ਕੀ ਕਹਿ ਰਹੀ ਹੈ ਸਾਨੂੰ? ਗੁਰਬਾਣੀ ਦਾ ਉਪਦੇਸ਼ ਕੀ ਹੈ ਸਾਨੂੰ? ਹਮ ਮੈਲੇ ਤੁਮ ਉਜੜ ਕਰਤੇ, ਅਸੀਂ ਮੈਲ ਨਾਲ ਭਰੇ ਪਏ ਹਾਂ, ਹੇ ਰੱਬ ਜੀ ਤੁਸੀਂ ਉਜੜਾ ਕਰ ਦਿਓ। ਹਮ ਨਿਰਗੁਣ ਤੂੰ ਦਾਤਾ, ਅਸੀਂ ਨਿਰਗੁਣ ਆ ਰਹੇ ਹਾਂ, ਤੁਸੀਂ ਦਾਤੇ ਹੋ। ਹਮ ਮੂਰਖ, ਅਸੀਂ ਮੂਰਖ ਵਾਂ, ਤੁਮ ਚਤੁਰ ਸਿਆਣੇ, ਤੁਸੀਂ ਸਿਆਣੇ ਹੋ। ਤੂੰ ਸਰਬ ਕਲਾਂ ਕਾ ਗਿਆਤਾ, ਤੁਸੀਂ ਸਾਰੀਆਂ ਕਲਾਂ ਦੇ ਗਿਆਤੇ ਹੋ। ਭਾਵ ਤੁਸੀਂ ਹਰ ਹੁਨਰ ਜਾਣਦੇ ਹੋ, ਸਾਨੂੰ ਹਰ ਪੱਖੋਂ ਸਿਆਣਾ ਬਣਾ ਸਕਦੇ ਹੋ। ਮਾਧੋ ਹਮ ਐਸੇ ਤੂੰ ਐਸਾ, ਹੇ ਮਾਧੋ, ਹੇ ਰੱਬ ਜੀ। ਮਾਧੋ ਦਾ ਅਰਥ ਹੈ ਮਾਇਆ ਦੇ ਪਤੀ ਰੱਬ ਜੀ। ਹਮ ਐਸੇ ਤੁਮ ਐਸਾ, ਅਸੀਂ ਐਸੇ ਹਾਂ, ਅਸੀਂ ਵਿਕਾਰੀ ਹਾਂ, ਤੁਸੀਂ ਪਰਉਪਕਾਰੀ ਹੋ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ, ਅਸੀਂ ਪਾਪ ਕਰਨ ਵਾਲੇ। ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਪਾਪ ਕੀ ਆ? ਜਦੋਂ ਮੈਂ ਕਿਸੇ ਬਾਰੇ ਮਾੜਾ ਸੋਚਦਾ, ਕਿਸੇ ਜੀਵ ਦਾ ਮਰਨਾ ਪਾਪ ਨਹੀਂ ਆ। ਕਈ ਸੋਚਦੇ ਵੀ ਸ਼ਾਇਦ ਪੈਰ ਥੱਲੇ ਕੀੜਾ ਆ ਕੇ ਮਰ ਗਿਆ, ਇਹ ਪਾਪ ਆ। ਜੇ ਇਹ ਪਾਪ ਆ ਤੇ ਕਿਸਾਨ ਤੇ ਸਭ ਤੋਂ ਵੱਡਾ ਪਾਪ ਕਰਦਾ। ਫਿਰ ਉਹ ਤੇ ਆ ਤੇਲਾ ਪੈ ਜੇ ਕਣਕ ਨੂੰ, ਕੀ ਕਰੀਦਾ ਭਲਾ? ਤੇ ਕਣਕ ਦੇ ਚੂਹਾ ਪੈ ਜੇ ਕੀ ਕਰੀਦਾ? ਦਵਾਈ। ਤੇ ਜਦੋਂ ਡਰਮ ਭਰੀਦਾ ਸੀ ਕਣਕ ਦਾ, ਸਭ ਤੋਂ ਪਹਿਲਾਂ ਸਲਫਾਤ ਦੀ ਗੋਲੀ ਵਿੱਚ ਰੱਖੀ ਦੀ ਆ ਵੀ ਸੁਸਰੀ ਅੰਦਰ ਹੀ ਮਰ ਜੇ। ਹਾਂਜੀ, ਡਰਮ ਦੇ ਵਿੱਚ ਸਲਫਾਤ ਦੀ ਗੋਲੀ ਰੱਖਣ ਲੱਗਿਆ ਕਿਸੇ ਗ੍ਰੰਥੀ ਨੂੰ ਪੁੱਛਣ ਗਏ ਵੀ ਸੁਸਰੀ ਮਾਰੀਏ ਕਿ ਨਾ ਮਾਰੀਏ। ਉਹਦਾ ਗ੍ਰੰਥੀ ਤੇ ਰਾਗੀਆਂ ਪ੍ਰਚਾਰਕਾਂ ਦਾ ਸਿਰ ਖਾਈ ਜਾਣਗੇ, ਮੀਟ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਮੱਝ ਕੱਟੀ ਦਿੰਦੀ ਆ, ਉਹਨੂੰ 2 ਥਣ ਛੱਡ ਦਿੰਦੇ ਆ, ਤੇ ਮੱਝ ਕੱਟਾ ਦੇਵੇ। ਜੇ ਪਤਾ ਲੱਗ ਜੇ ਨਾ ਵੀ ਮੱਝ ਬਿਨਾਂ ਕੱਟੇ ਤੋਂ ਮਿਲ ਪੈਣੀ ਆ, ਉਹਨੂੰ ਮਾੜਾ ਜਿਹਾ ਮੂੰਹ ਲਵਾਉਂਦੇ ਆ। ਅੱਛਾ, ਕੱਟੀ ਨੂੰ ਸੁਹਾਗੇ ਨਾ ਬੱਧਾ ਵਾ, ਕਿਉਂਕਿ ਉਹ ਇਕੱਠੀਆਂ 2 ਮੱਝਾਂ ਸੂਈਆਂ ਵਾ। ਕੱਟੀ 5-7 ਦਿਨਾਂ ਬਾਅਦ ਵਿਹੜੇ 'ਚ ਭੱਜੀ ਫਿਰਦੀ ਆ, ਕੱਟਾ ਉੱਥੇ ਲਾਲਾ ਕੇ ਸੁੱਟੀ ਜਾਂਦਾ, ਸੁਹਾਗੇ ਲਾਗੇ ਬੈਠਾ। ਉਹਨੂੰ 5-7 ਦਿਨਾਂ ਬਾਅਦ ਕੱਟੀ ਜਾਂਦੀ, ਖੇਡ ਗਏ ਆਪਾਂ। ਆਂਦਾ ਤੂੰ ਖੇਡ ਸਕਦੀ ਆ, 2 ਥਣ ਰੋਜ਼ ਚੁੰਗਦੀਆਂ, ਮੇਰਾ ਤੇ ਉਹ ਦੋਧੀ ਨੂੰ ਪਾਤਾ ਹੋਵੇ। ਅੱਛਾ, ਕੱਟੀ ਦੇ ਗਾਲ 'ਚ ਰੱਸੀ ਪਾਈ ਆ, ਕੱਟੇ ਦੇ ਗਾਲ 'ਚ ਕੁਛ ਨਹੀਂ ਪਾਇਆ। ਕਿਉਂ? ਆਉਂਦੇ ਨੇ ਉੱਠਣਾ ਹੀ ਨਹੀਂ, ਇਹਨੂੰ ਦੁੱਧ ਹੀ ਨਹੀਂ ਛੱਡਿਆ। ਹਾਂਜੀ, ਅੱਛਾ, ਕੱਟੇ ਦੇ ਗਲ 'ਚ ਕੋਈ ਰੱਸਾ ਨਹੀਂ ਪਾਇਆ, ਇੱਦਾਂ ਹੀ ਆ, ਦੁੱਧ ਨਹੀਂ ਛੱਡਿਆ ਉਹਨੂੰ। ਫਿਰ ਜਾ ਕੇ ਪੁੱਛਦੇ ਗੁਰਦੁਆਰੇ, ਪਤਾ ਨਹੀਂ ਭਾਈ ਸਾਹਿਬ ਜੀ ਮੀਟ ਖਾਣਾ ਚਾਹੀਦਾ, ਤੁਸੀਂ ਕੱਟਾ ਖਾ ਗਏ ਏਡਾ ਵੱਡਾ 70-80 ਕਿਲੋ ਦਾ। ਹੁਣ ਪਿੱਛੇ ਰਿਹਾ ਕੀ? ਕਿੱਦਾਂ ਖਾਧਾ? ਉਹਦਾ ਦੁੱਧ ਤੁਸੀਂ ਕੱਟੇ ਨੂੰ ਵੀ ਛੱਡਦੇ ਭਲਾ। ਉਦੋਂ ਕੱਟੇ ਚਾਹੀਦੇ ਹੁੰਦੇ ਸੀ ਜਦੋਂ ਸਾਨੂੰ ਪੱਠੇ ਲਿਆਉਣੇ। ਅੱਜ ਕੱਲ੍ਹ ਤਾਂ
हर काम 'ਚ ਅਸੀਂ ਇਹ ਚੀਜ਼ਾਂ ਘਟਾਤੀਆਂ। ਪੱਠਿਆ ਮੋਟਰਸਾਈਕਲ ਦੇ ਪਿੱਛੇ ਰੇਹੜੀਆਂ ਜਿਹੀਆਂ ਬਣਾਈਆਂ, ਉਹ 'ਤੇ ਕੰਪਨੀ ਵਾਲੇ ਮੱਥੇ ਨੂੰ ਹੱਥ ਮਾਰਦੇ ਨੇ ਵੀ ਅਸੀਂ ਕੰਮ ਕਿਹੜੇ ਬਣਾਏ, ਮੋਟਰਸਾਈਕਲ ਦੇ ਕੀ ਕਰੀਦੇ ਫਿਰਦੇ। ਬਲਦ ਘਟ ਗਏ, ਸੰਡੇ ਘਟ ਕੇ ਕਿਉਂਕਿ ਟਰੈਕਟਰ ਆ ਗਏ। ਉਹ ਮੱਝ ਵੀ ਤਾਂ ਚਾਹੀਦੀ ਵੀ ਦੁੱਧ ਦਿੰਦੀ ਆ। ਹੁਣ ਜੇ ਤੁਸੀਂ ਕੱਟੇ ਨੂੰ ਵੀ 2 ਥਣ ਛੱਡੋ, ਦੇਖੋ ਜਿਹੜੀ ਮੱਝ ਗਾਂ ਨਾ, ਹੁਣ ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਅੰਕ 'ਤੇ ਲਿਖਿਆ ਵੀ ਮੱਝ ਗਾਂ ਦਾ ਦੁੱਧ ਤੁਹਾਡੇ ਲਈ ਆ? ਮੈਨੂੰ ਅੰਕ ਵਿਖਾ ਦਿਓ। ਗ੍ਰੰਥੀ ਸਿੰਘ ਤੇ ਪਾਠੀ ਸਿੰਘ ਤੁਹਾਡੇ 'ਚ ਕਈ ਬੈਠੇ ਹੋਣੇ, ਮੈਨੂੰ ਅੰਕ ਵਿਖਾ ਦਿਓ ਗੁਰੂ ਗ੍ਰੰਥ ਸਾਹਿਬ ਦਾ ਵੀ ਮੱਝ ਗਾਂ ਦਾ ਦੁੱਧ ਤੁਹਾਡੇ ਲਈ ਆ। ਗਾਂ ਮੱਝ ਨੇ ਚਬਾੜਾ ਦੁਖਣ ਲੱਗ ਪੈਂਦਾ ਉਹਦਾ, ਆਪਣਾ ਪੱਠੇ ਖਾਂਦੀ ਦਾ, ਉਹ ਆਪਣੇ ਬੱਚਿਆਂ ਲਈ ਦੁੱਧ ਪੈਦਾ ਕਰਦੀ ਆ। ਜੈਸੇ ਬਸ਼ ਹੇਤ ਗਊ ਸੰਚਿਤ ਹੈ ਖੀਰ ਤਾਂ ਹੈ। ਬਸ਼ ਹੇਤ, ਬਸ਼ ਵੱਛੇ ਦੇ ਹੇਤ ਲਈ ਗਊ ਸੰਚਿਤ ਹੈ ਖੀਰ ਤਾਂ ਹੈ। ਆਪਣੇ ਥਣਾਂ 'ਚ ਦੁੱਧ ਇਕੱਠਾ ਕਰਦੀ ਆ ਆਪਣੇ ਜਵਾਕ ਲਈ। ਤੇ ਜੇ ਹੋਵੇ ਵੱਛੀ ਤੇ ਛੱਡ ਦਈਦਾ 2 ਥਣ, ਤੇ ਜੇ ਹੋਵੇ ਵੱਛਾ ਲੇਤ ਹੈ ਹੀਰ, ਦੋਏ ਬਸ਼ਰਾ ਵਿਡਾਰ ਕੇ ਮਾੜਾ ਜਿਹਾ ਮੂੰਹ ਜਿਹਾ ਲਵਾਉਂਦੇ ਉਹਨੂੰ। ਤੇ ਜੇ ਪਤਾ ਹੋਵੇ ਕਿ ਚਲਾਕ ਬੜੇ ਉੱਦਾਂ, ਜੇ ਪਤਾ ਹੋਵੇ ਕਿ ਇਹ ਕੱਟੇ ਕੱਟੀ ਤੋਂ ਬਿਨਾਂ ਮਿਲਦੀ ਨਹੀਂ, ਫਿਰ ਮਰੇ 'ਚ ਵੀ ਉਹਦੇ ਤੂੜੀ ਭਰ ਕੇ ਰੱਖ ਛੱਡਦੇ ਉਹਨੂੰ। ਭਰਦੇ ਆ ਨਾ ਉਹਨੂੰ, ਝਕਾਨੀ ਜੀ ਦਵਾਉਂਦੇ ਆ ਵੀ ਇਹ ਜਿੰਦਾ ਜੇ। ਇਹ ਕੰਮ ਤੇ ਸੁੱਖ ਨਾ, ਇਹ ਤੇ ਪੱਕੀ ਗੱਲ। ਇਹਨਾਂ ਕੰਮਾਂ ਕੋਲ ਦਿਮਾਗ ਬਹੁਤ, ਉਹਦੀ ਵਿੱਚੋਂ ਕੱਢ ਕੇ ਸਾਰਾ ਕੁਝ ਸੁੱਟ ਦਿੰਦੇ ਆ। ਉਹਦੀ ਖਲ ਦੇ ਵਿੱਚ ਤੂੜੀ ਭਰ ਕੇ ਕੱਟਾ ਕੱਟੀ ਉਹ ਮੱਝ ਗਾੜੀ ਉਹਨੂੰ ਚੱਟੀ ਜਾਂਦੀ ਵੀ ਸ਼ਾਇਦ ਇਹ ਜਿਉਂਦਾ ਵਾ। ਉਹਨੂੰ ਇਹ ਨਹੀਂ ਕਮਲੀ ਨੂੰ ਪਤਾ ਵੀ ਇਹ ਤਾਂ ਭੂਖ ਪਾਤਾ ਇਹਦਾ ਕਦੇ ਦਾ ਇਹਨਾਂ ਨੇ। ਇਹਨਾਂ ਕੰਮਾਂ ਨੂੰ ਸਾਰਾ ਕੁਝ ਦਿਮਾਗ ਤੇਜ਼ ਆ। ਗੁਰਦੁਆਰੇ ਆਉਣਗੇ, ਜਿਹੜਾ ਗੁਰਦੁਆਰੇ ਨਲਕਾ ਲੱਗਾ ਉਹਨੂੰ ਤਾਂ ਗੇੜ ਕੇ ਇੱਕੇ ਬੋਰ ਕਰਨ ਵਾਲੇ ਨੇ ਦੋਵੇਂ ਨਲਕੇ ਲਾਏ, ਘਰ ਵਾਲਾ ਵੀ ਅਤੇ ਗੁਰਦੁਆਰੇ ਵਾਲਾ ਵੀ। ਉੱਥੋਂ ਨਾਲੇ ਜੱਗ ਗਲਾਸ ਪਾਣੀ ਦਾ ਭਰ ਲੈਣਾ ਅਤੇ ਸਾਰੇ ਘਰ ਜਾ ਕੇ ਤਾਂ ਛੱਟਾ ਦੇਈ ਜਾਣਾ। ਇੱਦਾਂ ਇੱਦਾਂ ਉੱਧਰੋਂ ਠੰਡ ਬੜੀ, ਮੱਝਾਂ ਉੱਤੇ ਵੀ ਛੱਟਾ ਦੇਈ ਜਾਂਦੀਆਂ ਬੀਬੀਆਂ ਜੀ। ਉਹ ਮੱਝਾਂ ਗਾੜੀਆਂ ਦੀ ਵੀ ਬੀਬੀ ਅੱਗ ਬਾਲ ਸਾਡੇ ਲਾਗੇ ਮਾੜਾ ਮੋੜ ਸੇਕ ਆਵੇ, ਉਹਨੂੰ ਛੱਟਾ ਇਹ ਹਿਸਾਬ ਨਾਲ ਦਿੰਦੀਆਂ ਵੀ ਸ਼ਾਇਦ ਇਹ ਦੁੱਧ ਵੱਧ ਦੇ ਆਊ। ਅਤੇ ਮੱਝ ਜੇ ਅੱਗੇੋਂ ਬੋਲਦੀ ਹੋਵੇ ਨਾ, ਪੱਕਾ ਇਹ ਗੱਲ ਕਹੂ ਵੀ ਮੈਂ ਤਾਂ 8-9 ਕਿਲੋ ਸੰਘਣਾ ਦੁੱਧ ਦਿੰਦੀ ਹਾਂ, ਪਾਣੀ ਪਾ ਕੇ ਤੇ 12-13 ਕਿਲੋ ਤੁਸੀਂ ਬਣਾਉਂਦੀਆਂ ਜੀ। ਹਾਂਜੀ, ਦੁੱਧ 'ਚ ਪਾਣੀ ਪਾ ਵੇਚੀ ਜਾਂਦੇ ਆ, ਸਬਜ਼ੀਆਂ ਨੂੰ ਟੀਕੇ ਲਾ ਵੇਚੀ ਜਾਂਦੇ ਆ। ਅਤੇ ਗੁਰਦੁਆਰੇ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦੱਸ ਦਿਓ ਜੇ ਗਲਤ ਆ ਜੀ। ਅਸੀਂ ਹਰ ਥਾਂ 'ਤੇ ਬੇਈਮਾਨੀ, ਕਪਟ, ਫਰੇਬ, ਇਹ ਸਾਡੇ ਹੱਡਾਂ 'ਚ ਬਹਿ ਗਿਆ। ਅਸੀਂ ਲੀਡਰਾਂ ਨੂੰ ਕਹਿੰਦੇ ਜਿੱਥੇ ਜਿੱਥੇ ਸਾਡਾ ਦਾ ਲੱਗਦਾ ਉੱਥੇ ਅਸੀਂ ਲਾਈ ਜਾਂਦੇ ਹਾਂ। ਪਾਪ ਕੀ ਆ? ਕਿਸੇ ਬਾਰੇ ਮਾੜਾ ਸੋਚਣਾ। ਜੇ ਪਤੀ ਪਤਨੀ ਬਾਰੇ ਮਾੜਾ ਸੋਚ ਰਿਹਾ ਤੇ ਪਾਪ ਹੈ। ਜੇ ਪਤਨੀ ਪਤੀ ਬਾਰੇ ਮਾੜਾ ਸੋਚ ਰਹੀ, ਦਰਾਣੀ ਜਠਾਣੀ ਬਾਰੇ ਮਾੜਾ ਸੋਚ ਰਹੀ ਤੇ ਪਾਪ ਆ। ਪੁੰਨ ਕੀ ਆ? ਕਿਸੇ ਬਾਰੇ ਚੰਗਾ ਸੋਚਣਾ। ਇਹ ਪਾਪ ਪੁੰਨ ਮਨ ਦੇ ਤਲ 'ਤੇ ਆ, ਤਨ ਦੇ ਤਲ 'ਤੇ ਨਹੀਂ ਹੈਗਾ। ਅਪਰਾਧ ਕੀ ਆ? ਹੁਣ ਮੰਨ ਲਓ ਮੈਂ ਕਿਸੇ ਘਰ ਚੋਰੀ ਕਰਨੀ ਆ, ਇਹ ਮੈਂ ਸੋਚਿਆ ਵਾ, ਇਹ ਪਾਪ ਆ। ਜਦੋਂ ਮੈਂ ਚੋਰੀ ਕਰ ਲਈ ਤੇ ਕਰਦਾ ਫੜਿਆ ਗਿਆ, ਇਹ ਅਪਰਾਧ ਆ। ਇਹਦੀ ਸਜ਼ਾ ਨਾ, ਅਗਲਾ ਫੜ ਕੇ ਥਾਣੇ ਫੜਾ ਸਕਦਾ। ਪਾਪ ਦੀ ਕੀ ਸਜ਼ਾ? ਪਾਪ ਤੇ ਅੰਦਰ ਹੋ ਰਿਹਾ। ਇਸੇ ਕਰਕੇ ਬਾਣੀ 'ਚ ਲਿਖਿਆ, ਕਬੀਰ ਪਾਪੀ ਭਗਤ ਨਾ ਪਾਵਈ। ਜਿਹਦੀ ਸੋਚ ਮਾੜੀ ਆ ਉਹਨੂੰ ਭਗਤੀ ਚੰਗੀ ਨਹੀਂ ਲੱਗਦੀ, ਉਹਨੂੰ ਗੁਣ ਚੰਗੇ ਨਹੀਂ ਲੱਗਦੇ। ਕਬੀਰ ਪਾਪੀ ਭਗਤ ਨਾ ਪਾਵਈ, ਹਰ ਪੂਜਾ ਨਾ ਸੁਹਾਏ। ਉਹਨੂੰ ਰੱਬ ਦੀ ਪੂਜਾ ਸੁਹਾਏ, ਸੁੱਖ ਦੇਣ ਵਾਲੀ ਨਹੀਂ ਲੱਗਦੀ। ਮਾਖੀ ਚੰਦਨ ਰਹਿ, ਮੱਖੀ ਚੰਦਨ ਦੇ ਕੋਲ ਨਹੀਂ ਆਉਂਦੀ। ਹਾਂਜੀ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਨਹੀਂ ਗਏ, ਬੋਲੋ ਜੀ, ਜਿਵੇਂ ਆਪਾਂ ਗੁਰੂ, ਸਾਰੇ ਬੋਲੋ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਨਹੀਂ ਬਹਿੰਦੇ, ਮੱਖੀ ਚੰਦਨ ਕੋਲ ਨਹੀਂ ਬਹਿੰਦੀ। ਮੱਖੀ ਕਿੱਥੇ ਬਹਿੰਦੀ ਆ? ਜਹਾਂ ਬੇਗੰਧ ਤਹਿ ਜਾਏ। 100-150 ਬਰਾਤੀ ਗਿਆ ਹੋਵੇ, 10-15 ਲਾਵਾਂ ਲਾਗੇ ਜਾਂਦੇ ਆ, ਬਾਕੀ ਕਿੱਥੇ ਆ? ਪੈਲਸ ਵਿੱਚ ਠੱਕ ਠੱਕ ਪਲੇਟਾਂ ਦੀ ਆਵਾਜ਼ ਆਉਂਦੀ ਹੈ, ਠੱਕ ਠੱਕ। ਜਿਹੜੇ ਅੱਗੋਂ ਪਿੱਛੋਂ ਕਹਿੰਦੇ ਮੈਂ ਮਿੱਠਾ ਨਹੀਂ ਖਾਂਦਾ, 3-3 ਰਸਗੁੱਲੇ ਰੱਖੇ ਹੁੰਦੇ ਪਲੇਟ 'ਚ ਉਹਨਾਂ ਨੇ। ਜਿਹੜੇ ਸਵੇਰੇ ਵਿਆਹ 'ਤੇ ਆਉਂਦੇ ਆ ਨਾ, ਅੱਜ ਮੇਰੀ ਗਿੱਚੀ ਦੋਸਦੀ ਆ, ਮੈਂ ਠੀਕ ਨਹੀਂ ਆ, ਉਹਨਾਂ ਤੋਂ ਚੰਗਾ ਫਿਰ ਅਸੀਂ ਵਿਆਹ ਚੱਲ ਰਹਿੰਦੀ। ਇੰਨਾ ਵੀ ਬਿਮਾਰ ਨਹੀਂ ਹੈਗਾ ਮੈਂ, ਵੀ ਮਹਾਂ ਦੇ ਪਾਲਕ ਵਾਲੇ ਪਕੌੜੇ ਮਿਲਣੇ ਉੱਥੇ, ਮਹਾਂ ਦੇ ਪਨੀਰ ਵਾਲੇ ਪਕੌੜੇ ਮਿਲਣੇ ਉੱਥੇ, ਮੈਂ ਠੀਕ ਹਾਂ, ਫਿਰ ਠੀਕ ਹਾਂ ਮੈਂ, ਉੱਥੇ ਸਭ ਠੀਕ ਆ।
ਉੱਥੇ ਤਿਆਰ ਹੋ ਕੇ ਸਾਰੇ ਪਹੁੰਚ ਗਏ। ਲਾਵਾਂ ਵੇਲੇ ਕੋਈ ਵੀ ਨਹੀਂ ਆਇਆ ਉੱਥੇ। ਗ੍ਰੰਥੀ ਸਿੰਘ ਡੀਕ ਰਿਹਾ ਵੀ ਕਦੋਂ ਬਰਾਤ ਆਉਂਦੀ ਆ, ਕਦੋਂ ਬਰਾਤ ਆਉਂਦੀ ਆ। ਅਸੀਂ ਕਿੱਥੋਂ ਤੁਰੇ ਤੇ ਕਿੱਥੇ ਪਹੁੰਚ ਗਏ। ਆ ਵੇਖੋ ਜਿਵੇਂ ਆਪਾਂ ਬੈਠੇ ਆ ਨਾ, ਇੱਦਾਂ ਵੀ ਪੁੱਤਾਂ ਧੀਆਂ ਦੇ ਆਨੰਦ ਕਾਰਜਾਂ 'ਤੇ ਸਮਾਗਮ ਹੋ ਸਕਦੇ ਆ। ਸਵੇਰੇ ਬਰਾਤ ਜਾਣੀ ਹੋਵੇ, ਸ਼ਾਮ ਨੂੰ ਇੱਦਾਂ ਸਮਾਗਮ ਕਰੋ ਆਪਣੇ ਘਰ 'ਚ। 8-9 ਵਜੇ ਤੱਕ ਸਮਾਗਮ ਹੋਵੇ, ਪ੍ਰਸ਼ਾਦਾ ਪਾਣੀ ਛਕ ਕੇ ਸੌਂ ਜਾਓ। ਸਵੇਰੇ ਜਾਓ ਆਪਣੇ ਪੁੱਤਰ ਧੀ ਨੂੰ ਵਿਆਹ ਕੇ ਲੈ ਆਓ। ਉਦੋਂ ਤਾਂ ਰਾਤ ਨੂੰ ਹੱਥ ਚੁੱਕੀ ਹੁੰਦੀ, ਵੱਡਾ ਡੀਜੇ ਲਾਇਆ ਹੁੰਦਾ, ਸਾਰੇ ਖਾਦ ਖਿਲਾਰੀ ਜਾਂਦੇ ਉਦੋਂ ਰਾਤ। ਹਾਂਜੀ, ਜਿਹੜਾ ਆਉਂਦਾ ਨਾ ਮੇਰੀ ਲੱਤ ਦੁਖਦੀ ਹੈ, ਜਿਹੜੇ ਗੁਰਦੁਆਰੇ ਆਉਂਦਾ ਜੀ ਮੇਰੀ ਲੱਤ ਦੁਖਦੀ ਹੈ, ਮੇਰੀ ਬਾਂਹ ਦੁਖਦੀ ਹੈ, ਮੇਰੀ ਡਿਸਕ ਪ੍ਰੋਬਲਮ ਆ, ਉਹਨੂੰ ਨੱਚਦਾ ਵੇਖੋ ਤੁਸੀਂ ਕਿਤੇ ਵਿਆਹ 'ਤੇ ਕਿੱਦਾਂ ਪਹਿਲਾਂ ਪਾਉਂਦਾ। ਹਾਂਜੀ, ਮਤਲਬ ਅਸੀਂ ਬੁਰੇ ਕੰਮ ਕੋ ਊਠ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਬੁਰਿਆਂ ਕੰਮਾਂ ਲਈ ਸਾਡੇ ਵਿੱਚ ਕਿੰਨੀ ਐਨਰਜੀ ਹੈ, ਚੰਗਿਆਂ ਕੰਮਾਂ ਵਾਸਤੇ ਸਾਡੇ ਕੋਲ ਤਾਕਤ ਮੁੱਕ ਗਈ। ਮਾਦੋ ਹਮ ਐਸੇ ਤੂੰ ਐਸਾ, ਹਮ ਪਾਪੀ, ਅਸੀਂ ਪਾਪੀ ਹਾਂ। ਤੁਮ ਪਾਪ ਖੰਡਨ, ਤੁਸੀਂ ਪਾਪ ਨੂੰ ਖੰਡਨ ਕਰਨ ਵਾਲੇ ਹੋ। ਨੀਕੋ ਠਾਕੁਰ ਦੇਸਾ, ਤੁਸੀਂ ਜਿੱਥੇ ਰਹਿੰਦੇ ਹੋ ਉਹ ਦੇਸ਼ ਬੜਾ ਸੋਹਣਾ ਵਾ। ਨੀਕੋ ਚੰਗਾ, ਠਾਕੁਰ ਦੇਸਾ ਉਹ ਦੇਸ਼। ਤੇ ਰੱਬ ਕਿੱਥੇ ਰਹਿੰਦਾ? ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਜਿਸ ਘਰ 'ਚ ਮਹਾਰਾਜ ਦਾ ਸਰੂਪ ਲੈ ਕੇ ਜਾਣਾ ਹੋਵੇ, ਆਪਾਂ ਉਹ ਘਰ ਧੋਨੇ ਆ, ਸਾਫ਼ ਕਰਦੇ ਹਾਂ, ਅਗਰਬੱਤੀਆਂ ਲਾਉਂਦੇ ਹਾਂ, ਵਾਤਾਵਰਨ ਸੋਹਣਾ ਕਰਦੇ ਹਾਂ। ਤੇ ਜਿਸ ਹਿਰਦੇ 'ਚ ਗੁਰੂ ਦਾ ਸ਼ਬਦ ਲੈ ਕੇ ਜਾਣਾ, ਉੱਥੇ ਵੀ ਤਾਂ ਸਫਾਈ ਚਾਹੀਦੀ ਹੈ ਕਿ ਨਹੀਂ? ਉੱਥੇ ਤਾਂ ਕਾਮ ਕ੍ਰੋਧ ਨਗਰ ਬਹੁ ਭਰਿਆ ਵਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਤੁਮ ਸਭ ਸਾਜੇ ਸਾਜ ਨਿਵਾਜੇ, ਹੇ ਰੱਬ ਜੀ ਤੁਸੀਂ ਸਾਨੂੰ ਸਾਜਿਆ ਵਾ, ਸਾਜ ਕੇ ਨਵਾਜਿਆ ਵਾ। ਜੀਓ ਪਿੰਡ ਦੇ ਪ੍ਰਾਣਾ, ਤੁਸੀਂ ਜਿੰਦ ਦਿੱਤੀ ਆ, ਪ੍ਰਾਣ ਦਿੱਤੇ ਆ, ਇਹ ਕਾਇਆ ਸਾਜੀ ਆ। ਨਿਰਗੁਣਿਆਰੇ ਗੁਣ ਨਹੀਂ ਕੋਈ, ਅਸੀਂ ਨਿਰਗੁਣਿਆਰੇ ਹਾਂ, ਗੁਣ ਕੋਈ ਨਹੀਂ ਹੈਗਾ। ਤੁਮ ਦਾਨ ਦਿਓ ਮਿਹਰਬਾਨਾ, ਕਿਹੜਾ ਦਾਨ? ਗੁਣਾਂ ਦਾ ਦਾਨ ਦਿਓ ਮੈਨੂੰ, ਮੈਨੂੰ ਗੁਣਾਂ ਦਾ ਦਾਨ ਦਿਓ, ਮੈਂ ਚੰਗੇ ਕੰਮ ਕਰ ਸਕਾਂ। ਤੁਮ ਕਰੋ ਭਲਾ, ਤੁਮ ਸਾਰੇ ਬੋਲੋ, ਤੁਮ ਕਰੋ ਭਲਾ ਹਮ ਭਲੋ ਨਾ ਜਾਣੈ। ਤੁਸੀਂ ਹਮੇਸ਼ਾ ਹੀ ਸਾਡਾ ਭਲਾ ਕੀਤਾ, ਪਰ ਅਸੀਂ ਤੁਹਾਡੇ ਕਦੀ ਭਲੇ ਦੀ ਕਦਰ ਕੀਤੀ ਨਹੀਂ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਸੀਂ ਹਮੇਸ਼ਾ ਹੀ ਸਾਡਾ ਭਲਾ ਕੀਤਾ, ਅਸੀਂ ਤੁਹਾਡੇ ਭਲੇ ਦੀ ਕਦੀ ਕਦਰ ਨਹੀਂ ਜਾਣੀ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਇਆਲਾ, ਤੁਸੀਂ ਸਦਾ ਹੀ ਦਿਆਲੂ ਹੋ, ਸਦਾ ਹੀ ਕਿਰਪਾਲੂ ਹੋ, ਸਦਾ ਹੀ ਮਿਹਰ ਕਰਨ ਵਾਲੇ ਹੋ। ਤੁਮ ਸੁਖਦਾਈ ਪੁਰਖ ਵਿਧਾਤੇ, ਤੁਸੀਂ ਸੁੱਖ ਦੇਣ ਵਾਲੇ ਹੋ। ਪੁਰਖ ਕਹਿੰਦੇ ਨੇ ਵਿਆਪਕ ਨੂੰ, ਵਿਧਾਤੇ ਕਹਿੰਦੇ ਸਭ ਕੁਝ ਬਣਾਉਣ ਵਾਲੇ। ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰਾਖੋ ਆਪਣੇ ਬਾਲਾ, ਸਾਨੂੰ ਆਪਣੇ ਬਾਲ ਜਾਣ ਕੇ, ਸਾਨੂੰ ਆਪਣੇ ਬੱਚੇ ਜਾਣ ਕੇ ਰੱਖ ਲਓ, ਸਾਡੇ ਤੇ ਮਿਹਰ ਕਰੋ। ਤੁਮ ਰਾਖੋ ਆਪਣੇ ਬਾਲਾ, ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰਾਖੋ ਆਪਣੇ ਬਾਲਾ। ਤੁਮ ਨਿਧਾਨ, ਤੁਸੀਂ ਖਜ਼ਾਨੇ ਹੋ। ਤੁਮ ਨਿਧਾਨ ਅਟਲ ਸੁਲਤਾਨ, ਤੁਸੀਂ ਉਹ ਬਾਦਸ਼ਾਹ ਜਿਹੜੇ ਅਟਲ ਹੁੰਦੇ। ਕਿਸੇ ਵੀ ਦੇਸ਼ ਦਾ ਬਾਦਸ਼ਾਹ ਅਟਲ ਨਹੀਂ ਹੁੰਦਾ ਕਦੀ ਵੀ। ਜੇ ਅੱਜ PM ਮੋਦੀ ਹੈ, ਕੱਲ੍ਹ ਨੂੰ ਦੂਜਾ ਵੀ ਆ ਸਕਦਾ ਹੈ। ਜੇ ਕਦੀ ਅਕਬਰ ਸੀ, ਕਦੀ ਜਹਾਂਗੀਰ ਆ ਗਿਆ, ਕਦੀ ਫਰੈਕਸ਼ਰ ਆ ਗਿਆ, ਕਦੀ ਔਰੰਗਜ਼ੇਬ ਆ ਗਿਆ, ਕਦੀ ਸ਼ਾਹਜਹਾਨ ਆ ਗਿਆ, ਬਦਲਦੇ ਰਹੇ ਨਾ। ਇੱਕ ਅਕਾਲ ਪੁਰਖ ਹੀ ਆ ਜਿਹੜਾ ਦੁਨੀਆ ਦਾ ਪਾਤਸ਼ਾਹ ਤੇ ਬਾਦਸ਼ਾਹ ਅਟਲ ਹੈ, ਜਿਹਦਾ ਕੋਈ ਤਖਤ ਹਿਲਾਉਣ ਵਾਲਾ ਦੂਜਾ ਬਣਿਆ ਹੀ ਨਹੀਂ। ਤੁਮ ਨਿਧਾਨ ਅਟਲ, ਅਟਲ ਪਤਾ ਕਹਿੰਦੇ ਨੇ ਜਿਹੜਾ ਕਦੀ ਹਿਲ ਹੀ ਨਾ ਸਕਦਾ ਹੋਵੇ। ਉਹ ਅਕਾਲ ਪੁਰਖ ਵਾਹਿਗੁਰੂ ਅਟਲ ਹੈ, ਜਿਹਦੇ ਤਖਤ ਨੂੰ ਕੋਈ ਹਿਲਾ ਨਹੀਂ ਸਕਦਾ। ਤੁਮ ਨਿਧਾਨ ਅਟਲ ਸੁਲਤਾਨ, ਤੁਸੀਂ ਉਹ ਸੁਲਤਾਨ ਹੋ ਜਿਹੜੇ ਅਟਲ ਹੋ।
तुम निधान अटल सुल्तान, जी जंत सब जाचै। सारे जीव जंतु तुहाडे कोलों ही मंगते, कोई हर समान नहीं। राजा किसी मंत्री नाल, किसी MLA नाल बंदे की किते भुल भुलेखे फोटो लै जे ना अपने घर में लवाउंदा स्पैशल, वो एल्बम में नहीं रखता कदे भी, वो स्पैशल लवाउंदा अपने घर च। काहदे लई भला? आए गए पता लगे भी मेरा बड़े बड़े मंत्रियों शंत्रियों नाल बहना उठना, है ना, इदां है जी। गुरु ग्रंथ साहिब महाराज जी की बाणी के शब्दों की कभी घर च तस्वीर लाई होवे, अगला मान ना कवे मैं फलाने के घर गया, उन्हें घर च लाइब्रेरी बनाई आ, वो घर च बाणी दियां पोथियां सैंचियां पईयां। अज टावां सिख है जिहदे घरों तुहानूं एक दो बाणी दियां पोथियां मिल जाणगियां, नहीं तो घरां विच लिटरेचर रखण दा शौक ही है नहीं सानूं। अपने घरां च बाणी दियां पोथियां रखो, सैंचियां रखो, पढ़ो। नौजवान वीरो अजकल तो मोबाइल हर एक दे कोल है, ये तो बड़ा कुछ पढ़िया जा सकता, चंगियां विचारां। इंटरनेट ते जहर भी आ ते अमृत भी आ, ये जहर भी आ ते अमृत भी। ये चो पीना की आ, ये मर्जी तुहाडी है। जहर पी लोगे तुहाडी मर्जी, अमृत पीओगे तुहाडी मर्जी है। मोबाइल दे अपने हथ वस कुछ नहीं हैगा। कंपनी तो जो तुसीं खरीद के ले आउंदे ना किसी शोरूम तो, जो तुसीं नवां मोबाइल लैके आउंदे किसी शॉप तो, मोबाइल सारिਆਂ ਦੇ ਇੱਕੋ ਜਿਹਾ ਹੀ ਆ। ਮੰਨ ਲਓ 5 फॉर एग्जाम्पल देण लगा, 5 दोस्त इकट्ठे मोबाइल लैके आए, 5 दोस्त इकट्ठे मोबाइल लैके इक्को मॉडल लैके आए। एक नूं शौक सी कीर्तन सुनदा, उन्हें कीर्तन भरा लिया। एक नूं कथा सुनने का शौक सी, उन्हें कथा भरा ली। एक नूं गाने सुनने का शौक सी, उन्हें गाने भरा लए। एक नूं गज़लां सुनने का शौक सी, उन्हें गज़लां भरा लियां। मोबाइल ने ना गज़लां भराउण वाले नूं कुछ कहना, ना उन्होंने गीत भराउण वाले नूं कुछ कहना। उन्हें कहा जिद्दां दा मैं हैगा, जो तू भरिया मैं तैनूं सुणा दूँ। इदां ही बंदे दा मन वा। इह की भरना, ये मर्जी तुहाडी, बोलो सारे अपनी। चंगियां चीज़ां भरोगे, चंगियां सुनोगे तो चंगे बनांगे, माड़ियां सुनांगे तो माड़े बनांगे। मेरे माधो जी सत संगत मिलै सो तरिया, कबीर मन पंखी भयो उड उड दै दिश जाए। भगत कबीर जी कहते ने ये मन पंछी की तरह वा, ये उड उड के कभी किसी दरख्त पर बहिंदा, कभी किसी दरख्त पर बहिंदा। जो जैसी संगत मिलै सो तैसो फल खाए। जिद्दां दी इहनूं संगत मिलदी उदां दा ही फल खांदा। तुसीं चंगियां बंदियां दे कोल बहोगे तुहाडा मन चंगे बने लगू, तुसीं माड़ियां कोल बहोगे तुहाडा मन माड़े बने लगू। सानूं क्यों आख्या सी संगत कर लई गुरु साहब ने कि तुसीं संगत करो। संगत का असर पैंदा वा। चंगे कोल बहोगे तो चंगा असर पवेगा, माड़े कोल बहोगे तो माड़ा असर पवेगा। तो रोज़ संगत करो चंगी, चंगे विचार सुनो, चंगे ख्याल सुनो। भावें थोड़ी पढ़ो, बाणी विचार के पढ़ो, सहज पाठ करो, गुरबाणी का कीर्तन सुनो, चंगियां विचारां सुनो, इतिहास पढ़ो। अपने मन को उस बन्ने घड़न की कोशिश करो। ये जीवन बार बार नहीं मिलना। ये जीवन फुल सारे बहती जात कदे दृष्ट न तार, मिथ्या मोह बंधे नित पार च। माधवे हुणे एवें नहीं ये शब्द वरते। अपनी जिंदगी में सच की विचार लैके आओ। तुम निधान अटल सुल्तान, जी जंत सब जाचै। कहो नानक हम यह हवाला राख संतन कै पाछै। मेरे साड़ी तो हालत उपर दसी हुई ये आ, साड़ी तो एको वेदना, सानू अपने गुरु संत के पिछे रखो, भाव असीं गुरु के कोलों सिक्ख्या लैके चंगा जीवन जीव सकीए। तो मेरी बेनती है साध संगत जी, गुरु पातशाह की बाणी पढ़िए, समझिए, विचारिए, चंगे ख्याल। अपने बच्चों को घरां च फतेह बुलाउण की आदत पाओ। अपने बच्चों नाल फतेह बुलाओ, फतेह की सांझ पाओ। आड़ा सत श्री अकाल कहने आ, ये बोले सोन हाल, सत श्री अकाल, ये बोले सोने हाल का पिछला हिस्सा है। जो आप कहने बोले सो निहाल सत श्री, घरां च की बुलाओ, वाहिगुरू जी का खालसा वाहिगुरू जी, फतेह बुलाउण की आदत पाओ।
ਆਪਣੇ ਬੱਚਿਆਂ ਨਾਲ, ਆਪਣੀਆਂ ਨੂੰਹਾਂ ਨਾਲ, ਆਪਣੀਆਂ ਪੁੱਤਾਂ ਨਾਲ। ਤੁਹਾਡੇ ਘਰ ਕੋਈ ਰਿਸ਼ਤੇਦਾਰ ਆਵੇ, ਰਾਤ ਨੂੰ ਸੌਣ ਲੱਗਿਆਂ, ਸਵੇਰੇ ਉੱਠਣ ਲੱਗਿਆਂ ਆਦਤ ਪਾ ਲਓ, ਥੋੜ੍ਹੇ ਦਿਨ 10-15 ਦਿਨ ਪ੍ਰੈਕਟਿਸ ਕਰ ਲਓ, ਸਾਡੇ ਘਰਾਂ ਦੇ ਮਾਹੌਲ ਬਦਲ ਜਾਣੇ ਆ। ਸਾਨੂੰ ਆਦਤ ਪਈ ਭੱਜ ਕੇ ਗੋਡੀਆਂ ਹੱਥ ਲਾਉਣ ਦੀ। ਤੋ ਇਹ ਚੀਜ਼ ਨੂੰ ਜਗ੍ਹਾ ਫਤਿਹ ਬੁਲਾਓ। ਸਾਨੂੰ ਗੁਰੂ ਨੇ ਆਗੇ ਆਵੇ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ। ਗੋਡੀਆਂ ਹੱਥ ਤਾਂ ਹਮੇਸ਼ਾ ਹੀ ਨੌ ਸੱਸ ਦੇ ਲਾਊ, ਸੇਵਾਦਾਰ ਹੀ ਵੱਡੇ ਬੰਦੇ ਦੇ ਲਾਊ। ਫਤਿਹ ਤੇ ਸੱਸ ਵੀ ਨੌ ਨੂੰ ਬੁਲਾ ਸਕਦੀ ਹੈ। ਕਿਉਂ ਜੀ? ਫਤਿਹ ਤਾਂ ਕੋਈ ਵੀ ਕਿਸੇ ਨੂੰ ਬੁਲਾ ਸਕਦਾ। ਗੋਡੀਆਂ ਹੱਥ ਤਾਂ ਛੋਟਾ ਹੀ ਵੱਡੇ ਨੂੰ ਲਾਉਂਦਾ। ਫਤਿਹ ਤੇ ਪਾਪਾ ਜੀ ਵੀ ਬੁਲਾ ਸਕਦੇ ਆ, ਦਾਦਾ ਜੀ ਵੀ ਬੁਲਾ ਸਕਦੇ ਆ। ਗੋਡੀਆਂ ਹੱਥ ਨਹੀਂ, ਫਤਿਹ ਬੁਲਾਓ। ਤੇ ਸਤਿਕਾਰ ਕੀ ਕਰੋ? ਮਾਂ ਬਾਪ ਦੀ ਇੱਜ਼ਤ ਕਰੋ, ਉਹਨਾਂ ਦੀ ਸੇਵਾ ਕਰੋ। ਹੁਣ ਅੱਗੋਂ ਪਿੱਛੋਂ ਗੋਡੇ ਹੱਥ ਲਾਉਂਦੇ ਹੋਈਏ ਤੇ ਮਾਂ ਬਾਪ ਦੀ ਗੱਲ ਨਾ ਮੰਨੀਏ, ਕਿ ਇਕੱਲਾ ਗੋਡੀਆਂ ਹੱਥ ਲਾਉਣਾ ਸਤਿਕਾਰ ਹੈਗਾ? ਬੋਲੋ ਜੀ। ਸਤਿਕਾਰ ਆ ਆਪਣੇ ਮਾਂ ਬਾਪ ਦੀਆਂ ਚੰਗੀਆਂ ਗੱਲਾਂ ਨੂੰ ਮੰਨਣਾ, ਇੱਜ਼ਤ ਕਰਨੀ। ਘਰ 'ਚ ਮਾਂ ਬਿਮਾਰ ਹੈ, ਬਾਪੂ ਬਿਮਾਰ ਆ, ਉਹਦਾ ਪੁੱਛਣਾ, ਹਾਲ ਚਾਲ ਪੁੱਛਣਾ, ਦਵਾਈ ਲੈ ਕੇ ਦੇ ਕੇ ਆਉਣੀ। ਜੇ 10 ਮਿੰਟ ਬਾਪੂ ਬਿਮਾਰ ਵਾ, ਉਹਦੀਆਂ ਲੱਤਾਂ ਦਬਾ ਦਿਓ। ਬੇਬੇ ਬਿਮਾਰ ਆ, ਉਹਨੂੰ ਪੁੱਛੋ ਖਿਚੜੀ ਚਾਹੀਦੀ ਹੈ, ਦਲੀਆ ਚਾਹੀਦਾ। ਅੱਜ ਘਰਾਂ ਵਿੱਚ ਅਸੀਂ ਇੱਕ ਦੂਜੇ ਨੂੰ ਪੁੱਛਣਾ ਬੰਦ ਕਰ ਦਿੱਤਾ। ਟਾਵੇਂ ਪਰਿਵਾਰ ਆ ਜਿਹੜੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਦੂਜੇ ਦੇ ਨਾਲ ਖਲੋਂਦੇ ਆ। ਘਰਾਂ ਦੇ ਮਾਹੌਲ ਵਧੀਆ ਬਣਾਈਏ। ਸਤਿਗੁਰ ਦੀ ਬਾਣੀ ਸਾਨੂੰ ਇਹੋ ਕੁਝ ਸਿਖਾਉਂਦੀ ਆ। ਫਿਰ ਸਾਡਾ ਜੀਵਨ ਖੂਬਸੂਰਤ ਬਣੇਗਾ, ਜ਼ਿੰਦਗੀ ਦੇ ਵਿੱਚ ਚੰਗੇ ਵਿਚਾਰ ਆਉਣਗੇ, ਚੰਗੇ ਖਿਆਲ ਸਾਡੀ ਜ਼ਿੰਦਗੀ ਵਿੱਚ ਆਉਣਗੇ। ਤੋ ਸਾਧ ਸੰਗਤ ਜੀ, ਧੰਨਵਾਦ ਤੁਹਾਡਾ। ਤੁਸੀਂ ਬੜੇ ਪਿਆਰ ਨਾਲ ਟਿਕਾ ਵਿੱਚ ਬੈਠ ਕੇ ਸ਼ਾਮਾਂ ਦੇ ਦੀਵਾਨ ਵਿੱਚ ਅੱਜ ਆਪਾਂ ਹਾਜ਼ਰੀ ਭਰੀ ਹੈ। ਕੱਲ੍ਹ ਸਵੇਰੇ ਕਿੰਨੇ ਵਜੇ ਦੀਵਾਨ ਸ਼ੁਰੂ ਹੋਣਾ ਜੀ? ਕੱਲ੍ਹ ਸਵੇਰੇ ਆਪਾਂ ਕੋਸ਼ਿਸ਼ ਕਰਾਂਗੇ ਕਿ 12 ਕੁ ਵਜੇ ਗੁਰਮਤਿ ਦੀਆਂ ਵਿਚਾਰਾਂ ਆਰੰਭ ਕਰੀਏ। ਪਹਿਲਾਂ ਗੁਰਬਾਣੀ ਦੇ ਪਾਠ ਦਾ ਭੋਗ ਪਵੇਗਾ, ਫਿਰ ਖੁੱਲ੍ਹਿਆਂ ਪੰਡਾਲਾਂ 'ਚ ਇੱਥੇ ਹੀ ਦੀਵਾਨ ਸਜੇਗਾ। ਟਾਈਮ ਸਿਰ, ਵਕਤ ਸਿਰ ਮੇਰੀ ਬੇਨਤੀ ਹੱਥ ਜੋੜ ਕੇ ਇੱਥੇ ਪਹੁੰਚਣਾ। ਆਪਾਂ ਦਿਨ ਵੇਲੇ ਦੇ ਦੀਵਾਨ ਵਿੱਚ ਗੁਰਬਾਣੀ ਦੀਆਂ ਵਿਚਾਰਾਂ, ਗੁਰੂ ਸ਼ਬਦ ਦੀਆਂ ਵਿਚਾਰਾਂ ਰਲ ਮਿਲ ਕੇ ਸਾਂਝੀਆਂ ਕਰਾਂਗੇ। ਤਾਂ ਹੀ ਸਾਡੇ ਦਿਨ ਮਨਾਏ, ਇਹ ਪੁਰਬ ਮਨਾਏ, ਗੁਰੂ ਦੇ ਕੋਲ ਬੈਠੇ ਲੰਗਰ ਬਣਾਏ, ਲੰਗਰ ਵਰਤਾਏ, ਸਾਰੇ ਸਾਡੇ ਸਫਲ ਹੋਣਗੇ। ਧੰਨਵਾਦ ਉਹਨਾਂ ਵੀਰਾਂ ਦਾ, ਉਹਨਾਂ ਭੈਣਾਂ ਦਾ ਜਿਨ੍ਹਾਂ ਨੇ ਇਹ ਸੇਵਾ ਕੀਤੀ ਆ, ਲੰਗਰ ਬਣਾਏ ਆ, ਲੰਗਰ ਵਰਤਾਏ ਆ। ਤੁਸੀਂ ਦੂਰਾਂ ਨੇੜਿਆਂ ਤੋਂ ਅੱਜ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਸ਼ਾਮਾਂ ਦੇ ਅੱਜ ਇਸ ਗੁਰਮਤਿ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਹੈ। ਮੇਰੀ ਇਹੋ ਤੁਹਾਡੇ ਸਾਰਿਆਂ ਦੇ ਅੱਗੇ ਬੇਨਤੀ ਆ ਕਿ ਮੇਰੇ ਵੀਰੋ, ਆਓ ਆਪਣੇ ਘਰਾਂ ਦਾ ਮਾਹੌਲ ਵਧੀਆ ਬਣਾਈਏ, ਸਤਿਗੁਰ ਦੀ ਬਾਣੀ ਖੁਦ ਪੜ੍ਹੀਏ, ਨਸ਼ਿਆਂ ਤੋਂ ਰਹਿਤ ਹੋ ਕੇ ਸੋਹਣੇ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਯੋਗਦਾਨ ਪਾਈਏ। ਖੰਡੇ ਦੀ ਪਹੁਲ ਲੈ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ, ਗੁਰੂ ਦੇ ਬੱਚੇ ਬੱਚੀਆਂ ਬਣ ਕੇ ਆਪਣਾ ਜੀਵਨ ਜਿਉਣ ਦਾ ਯਤਨ ਕਰੀਏ। ਇਹ ਜੀਵਨ ਬਾਰ-ਬਾਰ ਨਹੀਂ ਮਿਲਣਾ। ਇਹ ਮੌਕਾ ਸਾਨੂੰ ਜਿਹੜਾ ਮਿਲਿਆ, ਇਸ ਮੌਕੇ ਦਾ ਲਾਭ ਉਠਾਈਏ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਸਾਰੇ ਜਾਣੇ ਇੱਕ ਵਾਰ ਬਾਣੀ ਦੀਆਂ ਇਹਨਾਂ ਤੁਕਾਂ ਦਾ ਪਾਠ ਕਰੀਏ, ਫਿਰ ਸਮਾਪਤੀ ਹੈ ਜੀ। ਭੂਲੇ ਮਾਰਗ ਜਿਨੈ ਬਤਾਇਆ, ਭੂਲੇ ਮਾਰਗ ਜਿਨੈ ਬਤਾਇਆ, ऐसा गुर वड भागी पाया, ऐसा गुर वड भागी पाया। वाह वाह। सिमर मना राम नाम चितारे, सिमर मना राम नाम चितारे। बस रह हृदय गुर चरण प्यारे, बस रह हृदय गुर चरण प्यारे। एको है पाई एको है, एको है पाई एको है। साहिब मेरा एको है, साहिब मेरा एको है। इक्का बाणी एक गुर, इक्का बाणी एक गुर।
एको शब्द विचार, एको शब्द विचार, बाणी गुरु गुरु है बाणी, बाणी गुरु गुरु है बाणी। विच बाणी अमृत सारे, विच बाणी अमृत सहारे, गुरु बाणी कहे सेवक जन मानै, गुरु बाणी कहे सेवक जन मानै। परतख गुरु निस्तारे, परतख गुरु निस्तारे, सारिया संगतां दा बहुत बहुत धन्नवाद। तुसीं रजेवियां भरी जिंदगी चों समा कढ़ के शामां दे अज गुरमत समागम च आपां हाज़री भरी है। कल नूं बेनती है पाठ की समाप्ति तो पहलां जिन्ने भी तुसी परिवार दूरां नेड़ियां तो चल के आए हो टाइम सिर पहुँचना, गुरु की बाणी नूं बड़े प्यार नाल सुनना सरवण करना। फिर खुल्लिया पंडालों में कई बार इदां हुंदा पाठ के भोग ते आपां कने कोई गल नहीं एक अद्धा जी चल जाओ, जे आपां इन्ने प्यार नाल पाठ रखाया है तो कोल बैठ के सतगुर की बाणी नूं सवेरे आण के सरवण भी करियो। पाठ की समाप्ति होएगी फिर खुल्लिया पंडालों च महाराज की प्रकाश करके सवेरे दीवान सजणगे, जिस विच आपां फिर सतगुर की बाणी का कीर्तन पाठ विचारां रल मिल के साझियां करांगे। अज दे दीवान की इत्थे ही समाप्ति है। वैसे दीवान तो मेन सवेर दा सी, पर आ तो आपां ये सोचिया भी आपां बैठे हाँ तो रल के बाणी दियां विचारां की सांझ पा लीए। समा जिन्ना भी गुरु की बाणी की विचार कर लीए उन्ना ही थोड़ा है, क्योंकि गुर मेरे संग सदा है नाले। तो आओ मेरे वीरो, आओ चंगी सोच लैके आइए, नशियां का त्याग करिए, घरां विच बाणी पढ़न की आदत पाइए, बाणी दीयां पोथियां रखो, चंगियां किताबां रखो, पढ़न का शौक पैदा करो, चंगा सुनो चंगा पढ़ो चंगा वेखो, तो साडा मन भी फिर चंगा बनेगा। क्योंकि मन जो असीं वेखते हैं, जो असीं पढ़ते हैं, जो असीं सुनते हैं, उहदे मुताबिक ही बनता है। इस करके आओ सारिਆਂ ਦਾ धन्नवाद। भुल्लां मेरियां बचन सतगुर दे जान के हिरदे विचों सोने वध चढ़ के अपने इलाके जिन्ने भी तुहाडे परिवार जानते आ उन्होंने लैके आओ गुरुद्वारा साहिब, क्योंकि इदां दे मौके बार बार नहीं मिलते। अज आपां रल के जे बाणी दी विचार कर लई बैठे हाँ, सवेरे आपां खुला टाइम जिन्ना भी संगत टिका ना बैठेगी आपां बाणी दीयां विचारां दी सांझ पावांगे। भुल्लां मेरियां बचन सतगुर दे जान के हिरदे च वसाउणे जी। ये लंगर पानी जिन्हां ने छक लिया वधिया गल है, जिन्हां नहीं छकिया वो मेरे ख्याल च अजे तैयार है, लंगर पानी छक के तो जरूर जाओ। कल भी आप इदां करिए कि कोशिश करिए कि आप दीवान की समाप्ति ते लंगर सारी संगत नूं छकाइए। कई बार की हुंदा कि आप नाल छकी जाने तो सारा ध्यान साडा लंगर वाले बन्ने हुंदा, इधर कोई नहीं बहिंदा। चाह पानी पिया दो, पहला लंगर तैयार करके रख लो, जदों समाप्ति होवे ते इकट्ठियां संगतां नूं पंगतां ला के इक्के वारी सेवादार प्रशादे जिद्दां भी तुसीं बनाए आ वो इकट्ठे छकाओ। इहदे नाल की होएगा कि कई बार इदां हुंदा कि प्रशादा छक के बंदा हौली हौली कहंदा भी चलो हुण लंगर पानी ते छक ही लिया। इहदे नाल नाले तुहानूं ये पता लग जू किन्ने दीवान सुन लई घरां चों आए आ। जिहड़े सुनन आए आ ना वो फिर अखीर तक रहणगे, इत्थे अखीर तक बैठे रहणगे। जदों समाप्ति होएगी सवेरे आपां माड़ा मोड़ ते घरों छक ही लेने आ, मैं कहा 1:30-2 बजे तक जो समाप्ति होनी आ उदों इकट्ठी संगत नूं इक वारी लंगर छकाओ। ये असीं मालवे च बहुत वारी वेखिआ 5-5 हज़ार संगत नूं इक्के वारी प्रशादा छका दिंदे। वो तरीका ये आ बना के रख लेना उन्होंने तो फिर सेवादारां नूं कहना भी एक 5-7 जाने प्रशादियां ते हो जाते आ, 5-7 जाने दाल सब्जी ते हो जाते आ, इक्के वारी वो पंगतां लवा के प्रशादा छका दिंदे आ। ते साडा आम ये हुंदा भी छक छक के हौली हौली घरां नूं तुरे जाने। इदां नहीं, इनू मेला नहीं बनाउणा, इनू आपां गुरमत समागम रहण देना। तो आपां घरां चों आईए, चाह पानी का सवेरे प्रबंध आउंदियां हो जाए, चाह पानी पी के तुसीं इत्थे बहिंदे जाओ तो प्रशादा अखीर ते जो दीवान की समाप्ति होवे उहदे नाल आनंद एक वखरा आऊगा। आस है कि आप इस बेनती नूं प्रवान करोगे। वेखो मैं सुझाव दिता, मनना ना मनना संगत जी तुहाडी अपनी मर्जी है। सारिਆਂ ਦਾ ਧੰਨਵਾਦ। फतेह बुलाओ जी।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ